ਸਾਥੀ ਨੂੰ ਰਿਹਾ ਕਰਾਉਣ ਤੋਂ ਬਾਅਦ ਹੋਰ ਤਿੱਖੇ ਹੋਏ ਅੰਮ੍ਰਿਤਪਾਲ ਦੇ ਤੇਵਰ ਹੁਣ ਸਿੱਧਾ ਡੀਜੀਪੀ ਨੂੰ ਦੇ ਦਿੱਤੀ ਚੁਣੌਤੀ। ਕਿਹਾ ਮੁੜ ਹੋਇਆ ਪਰਚਾ ਤਾਂ ਦੁਬਾਰਾ ਕਰਾਂਗੇ ਪ੍ਰਦਰਸ਼ਨ। ਡੀਜੀਪੀ ਨੇ ਅਜਨਾਲਾ ਹਿੰਸਾ ਵਿੱਚ ਐਕਸ਼ਨ ਦੀ ਕਹੀ ਹੈ ਗੱਲ। ਅਜਨਾਲਾ ਹਿੰਸਾ ਦੇ ਛਿੜੇ ਬਵਾਲ ਦੇ ਵਿਚਾਲੇ ਅਦਾਕਾਰਾ ਕੰਗਨਾ ਰਣੌਤ ਦੀ ਐਂਟਰੀ। ਕਿਸਾਨ ਅੰਦੋਲਨ ਵੇਲੇ ਤੇ ਆਪਣੇ ਬਿਆਨ ਨੂੰ ਠਹਿਰਾਇਆ ਸਹੀ। ਕਿਹਾ ਪੰਜਾਬ ਵਿੱਚ ਉਹੀ ਹੋ ਰਿਹਾ ਜੋ ਮੈਂ 2 ਸਾਲ ਪਹਿਲਾਂ ਕਿਹਾ ਸੀ। ਢੱਡਰੀਆਂ ਵਾਲੇ ਨੇ ਫਿਰ ਸਾਜਾ ਅੰਮ੍ਰਿਤਪਾਲ ਤੇ ਨਿਸ਼ਾਨਾ। ਕਿਹਾ ਬੇਅਦਬੀ ਦੀ ਸੰਭਾਵਨਾ ਦੇ ਪੈਦਾ ਕੀਤੇ ਗਏ ਹਾਲਾਤ। ਪਹਿਲਾਂ ਸਿੱਖ ਸੇਫ ਜਗ੍ਹਾ ਤੇ ਪ੍ਰਕਾਸ਼ ਕਰਕੇ ਆਪ ਲੜਦੇ ਸੀ ਲੜਾਈ, ਨਹੀਂ ਜਾਂਦੇ ਸੀ ਪਾਲਕੀ ਦੇ ਪਿੱਛੇ ਪਿੱਛੇ। ਅੰਮ੍ਰਿਤਪਾਲ ਬੋਲਿਆ ਢੱਡਰੀਆਂ ਵਾਲੇ ਨੂੰ ਨਹੀਂ ਮੰਨਦਾ ਮੈਂ ਬੰਦਾ। ਅਜਨਾਲਾ ਕਾਂਡ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ। ਕਿਹਾ ਸੂਬੇ ਦੇ ਅੰਦਰ ਕੰਟਰੋਲ ਵਿੱਚ ਹੈ ਕਾਨੂੰਨ ਵਿਵਸਥਾ, ਪੰਜਾਬ ਦਾ ਭਾਈਚਾਰਾ ਪੂਰੀ ਤਰ੍ਹਾਂ ਕਾਇਮ। ਕੋਟਕਪੂਰਾ ਗੋਲੀकांड ਦੀ ਚਾਰਜਸ਼ੀਟ ਦੇ ਵਿੱਚ ਮਾਸਟਰਮਾਈਂਡ ਦੱਸੇ ਜਾਣ ਤੇ ਭੜਕੇ ਸੁਖਬੀਰ ਬਾਦਲ। ਕਿਹਾ ਸਪੀਕਰ ਅਤੇ ਮੰਤਰੀ ਢਾਲੀਵਾਲ ਦੇ ਕਹਿਣ ਤੇ ਪਾਇਆ ਗਿਆ ਨਾਮ। ਝੂਠੇ ਇਲਜ਼ਾਮਾਂ ਦੀ ਨਹੀਂ ਕੋਈ ਪਰਵਾਹ। ਚਾਰਜਸ਼ੀਟ ਦਾਖਲ ਕੀਤੇ ਜਾਣ ਤੋਂ ਬਾਅਦ ਸੀਐਮ ਮਾਨ ਦੀ 2 ਟੁਕ। ਕਿਹਾ ਅਸੀਂ ਇਨਸਾਫ ਦੇ ਵਾਅਦੇ ਤੇ ਕਾਇਮ। ਦੋਸ਼ੀ ਅਤੇ ਸਾਜ਼ਿਸ਼ ਰਚਣ ਵਾਲਿਆਂ ਦੇ ਚਿਹਰੇ ਹੋਏ ਬੇਨਕਾਬ। ਮੰਤਰੀ ਜਾਂ ਸੰਤਰੀ ਕਾਨੂੰਨ ਸਭ ਲਈ ਹੈ। ਗਵਰਨਰ ਵੱਲੋਂ ਸੈਸ਼ਨ ਦੀ ਮਨਜ਼ੂਰੀ ਨਾ ਦੇਣ ਤੇ ਛਿੜਿਆ ਘਮਸਾਨ। ਮਾਨ ਸਰਕਾਰ ਦੇ ਮੰਤਰੀ ਬੋਲੇ ਕੋਈ ਵੀ ਲੋਕਾਂ ਦੇ ਫਤਵੇ ਨੂੰ ਨਹੀਂ ਲਾ ਸਕਦਾ ਢਾਹ। 3 ਕਰੋੜ ਲੋਕਾਂ ਦਾ ਫਤਵਾ ਸਰਕਾਰ ਦੇ ਨਾਲ ਜ਼ਰੂਰ ਹੋਵੇਗਾ ਬਜਟ ਸੈਸ਼ਨ। ਅੱਜ ਫਾਜ਼ਿਲਕਾ ਜਾਣਗੇ ਸੀਐਮ ਮਾਨ। ਸਰਹੱਦੀ ਪਿੰਡਾਂ ਦੇ ਲਈ ਪੀਣ ਵਾਲੇ ਪਾਣੀ ਦੀ ਯੋਜਨਾ ਤੇ ਰੱਖਣਗੇ ਨੀਂਹ ਪੱਥਰ। 578 ਕਰੋੜ ਦੀ ਲਾਗਤ ਦੇ ਨਾਲ ਤਿਆਰ ਹੋਵੇਗਾ ਪ੍ਰੋਜੈਕਟ। 700 ਕਿਲੋਮੀਟਰ ਦੀ ਵਿਛੇਗੀ ਪਾਈਪਲਾਈਨ। ਅੰਮ੍ਰਿਤਸਰ ਦੇ ਵਿੱਚ ਮਕਾਨ ਤੇ ਸ਼ਰੇਆਮ ਫਾਇਰਿੰਗ। ਘਰ ਦੇ ਬਾਹਰ ਖੜੇ ਹੋ ਕੇ 2 ਲੋਕਾਂ ਨੇ ਚਲਾਈਆਂ ਗੋਲੀਆਂ। ਸਹੁਰੇ ਪਰਿਵਾਰ ਤੇ ਹਮਲੇ ਦੇ ਇਲਜ਼ਾਮ। ਬਠਿੰਡਾ ਸੈਂਟਰਲ ਜੇਲ੍ਹ ਦੇ ਵਿੱਚ ਫੇਰ ਪਿਟੇ ਗੈਂਗਸਟਰ। ਰਾਜਵੀਰ ਤੇ ਸ਼ੁਭਮ ਦੇ ਵਿਚਾਲੇ ਹੋਈ ਲੜਾਈ। ਦੋਹਾਂ ਨੂੰ ਲੱਗੀਆਂ ਸੱਟਾਂ। ਪਹਿਲਾਂ ਵੀ ਦੋਹਾਂ ਦੇ ਵਿੱਚ ਕਈ ਵਾਰ ਹੋ ਚੁੱਕੀ ਝੜਪ। ਨਿਊਜ਼ 18 ਪੰਜਾਬ ਹਰਿਆਣਾ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ ਤੇ ਇਸ ਵੇਲੇ ਦੇ ਬੁਲੇਟਿਨ ਦੀ ਸ਼ੁਰੂਆਤ ਅਹਿਮ ਖਬਰ ਦੇ ਨਾਲ। ਅਜਨਾਲਾ ਹਿੰਸਾ ਦੇ ਛਿੜੇ ਬਵਾਲ ਦੇ ਵਿਚਾਲੇ ਕੰਗਨਾ ਰਣੌਤ ਨੇ ਐਂਟਰੀ ਕਰ ਲਈ ਹੈ। ਅਜਨਾਲਾ ਹਿੰਸਾ ਦੇ ਬਹਾਨੇ ਖਾਲਿਸਤਾਨੀਆਂ ਦੇ ਨਿਸ਼ਾਨਾ ਸਾਧਿਆ ਕੰਗਨਾ ਰਣੌਤ ਨੇ ਤੇ ਕੰਗਨਾ ਰਣੌਤ ਨੇ ਟਵੀਟ ਕਰਕੇ ਬਕਾਇਦਾ ਸਵਾਲ ਖੜੇ ਕੀਤੇ ਨੇ। ਪੰਜਾਬ ਵਿੱਚ ਉਹੀ ਹੋ ਰਿਹਾ ਜੋ ਮੈਂ ਕਿਹਾ ਸੀ। ਕੰਗਨਾ ਨੇ ਲਿਖਿਆ ਆਪਣੇ ਟਵਿੱਟਰ ਤੇ ਪੰਜਾਬ ਵਿੱਚ ਉਹੀ ਹੋ ਰਿਹਾ ਜੋ ਮੈਂ 2 ਸਾਲ ਪਹਿਲਾਂ ਕਿਹਾ ਸੀ। ਇਸ ਦਾ ਅੰਦਾਜ਼ਾ ਮੈਂ 2 ਸਾਲ ਪਹਿਲਾਂ ਹੀ ਲਗਾ ਲਿਆ ਸੀ। ਕੰਗਨਾ ਰਣੌਤ ਲਿਖਦੇ ਨੇ ਆਪਣੀ ਸਥਿਤੀ ਸਪਸ਼ਟ ਕਰਨ ਗੈਰ ਖਾਲਿਸਤਾਨੀ ਸਿੱਖ। ਖੁਦ ਨੂੰ ਕੰਗਨਾ ਨੇ ਰਾਸ਼ਟਰਵਾਦੀ ਦੱਸਿਆ ਹੈ ਤੇ ਕਿਹਾ ਹੈ ਕਿ ਜੋ ਮੈਂ ਕਿਹਾ ਸੀ ਉਹੀ ਹੋ ਰਿਹਾ ਜੋ 2 ਸਾਲ ਪਹਿਲਾਂ ਮੈਂ ਅੰਦਾਜ਼ਾ ਲਾਇਆ ਸੀ। ਖੁਦ ਨੂੰ ਰਾਸ਼ਟਰਵਾਦੀ ਦੱਸਿਆ ਕਿਹਾ ਕਿ ਦੇਸ਼ ਨੂੰ ਇਕੱਠੇ ਰੱਖਣ ਦੇ ਲਈ ਰਾਸ਼ਟਰਵਾਦੀ ਨੂੰ ਕੀਮਤ ਚੁਕਾਣੀ ਪੈਂਦੀ ਹੈ। ਆਪਣੇ ਹੋਏ ਵਿਰੋਧ ਦੇ ਬਾਰੇ ਵੀ ਕੰਗਨਾ ਨੇ ਟਿੱਪਣੀ ਕੀਤੀ, ਜਾਣਕਾਰੀ ਦਿੱਤੀ ਤੇ ਟਵੀਟ ਕਰਕੇ ਪੰਜਾਬੀਆਂ ਨੂੰ ਖਾਲਿਸਤਾਨ ਦੀ ਸਥਿਤੀ ਸਪਸ਼ਟ ਕਰਨ ਦੀ ਗੱਲ ਕਹੀ ਹੈ। किसान अंदोलन वेले खालिस्तान बारे दिते अपने बयानों को सही ठहराया। कंगना ने ट्विटर पर लिखा है पंजाब में जो भी हो रहा है मैं उसका अंदाजा 2 साल पहला ही लगा लिया सी। मेरे ते केस होए, गिरफ्तारी वारंट जारी होए, पंजाब विच मेरी कार ते हमला किया गया, पर होया वही जो मैं कहा सी। यही समय जदों गैर खालिस्तानी सिखां नूं अपनी स्थिति स्पष्ट करनी चाहिए है। पंजाब च जो भी हो रहा मैं उसका अंदाजा 2 साल पहला ही लगा लिया सी। मेरे ते केस होए, गिरफ्तारी वारंट जारी होए, पंजाब च मेरी कार ते हमला किया गया, पर होया वही जो मैं कहा सी। यही समा है जदों गैर खालिस्तानी सिखां नूं अपनी स्थिति स्पष्ट करनी चाहिए है। 6 समन एक गिरफ्तारी वारंट। पंजाब विच मेरियां फिल्मां ते पाबंदी, मेरी कार ते हमला। देश नूं इकट्ठे रखण लई एक राष्ट्रवादी नूं कीमत अदा करनी पैंदी है। भारत सरकार वल्लों खालिस्तानियां नूं अतवादी ऐलानिया गया है। जेकर तुसी संविधान विच विश्वास रखदे हो तां तुहानूं इस बारे अपनी स्थिति बारे कोई शक नहीं होना चाहिए।
ਤਲਵਾਰਾਂ ਦੇ ਨਾਲ। ਸੋ ਕੰਗਨਾ ਰਣੌਤ ਨੇ ਸਵਾਲ ਖੜੇ ਕੀਤੇ ਨੇ ਔਰ ਕੰਗਨਾ ਰਣੌਤ ਨੇ ਟਵੀਟ ਕੀਤਾ ਇਸ ਮਸਲੇ ਤੇ ਅਸੀਂ ਪ੍ਰਤੀਕਰਮ ਲੈਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਕੁਝ ਲੋਕ ਜਿਹੜਾ ਹੈਗਾ ਜੁੜਨਗੇ ਇਸ ਚਰਚਾ ਦੇ ਵਿੱਚ ਔਰ ਇੱਕ ਇੱਕ ਕਰਕੇ ਅਸੀਂ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਹਰਜੀਤ ਸਿੰਘ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ, ਅੰਮ੍ਰਿਤਪਾਲ ਸਿੰਘ ਦੇ ਕਰੀਬੀ ਨੇ ਹਰਜੀਤ ਸਿੰਘ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਸਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਸਵਾਲ ਜਿਹੜੇ ਨੇ ਉਹ ਸਿਰਫ ਪੰਜਾਬ ਵਿੱਚ ਨਹੀਂ ਉੱਠ ਰਹੇ, ਹੁਣ ਮੁੰਬਈ ਤੋਂ ਜਾਂ ਇਹ ਕਹਿ ਲਿਆ ਜਾਵੇ ਕਿ ਜਿਹੜੀ ਮਾਇਆ ਨਗਰੀ ਜਿਸ ਨੂੰ ਕਿਹਾ ਜਾਂਦਾ ਉਸ ਤੋਂ ਕੰਗਨਾ ਰਣੌਤ ਸਵਾਲ ਖੜੇ ਕਰ ਰਹੇ ਨੇ ਕਿ ਇਹ ਉਹੀ ਹੋ ਰਿਹਾ ਜੋ ਉਹਨਾਂ ਨੇ 2 ਸਾਲ ਪਹਿਲਾਂ ਕਿਹਾ ਸੀ, ਗੈਰ ਖਾਲਿਸਤਾਨੀ ਸਿੱਖ ਆਪਣੀ ਸਥਿਤੀ ਸਪਸ਼ਟ ਕਰਨ। ਗੈਰ ਖਾਲਿਸਤਾਨੀ ਸਿੱਖ, ਉਹਨਾਂ ਨੇ ਇਹ ਸ਼ਬਦ ਦਾ ਇਸਤੇਮਾਲ ਕੀਤਾ ਆਪਣੇ ਟਵੀਟ ਦੇ ਵਿੱਚ। ਅੱਛਾ ਜੀ, ਦੇਖੋ ਜੀ, ਮੈਂ ਉਹਦੇ ਬਾਰੇ ਕੀ ਕਹਿਣਾ। ਉਹ ਇੱਕ ਬੀਬੀ ਜਿਹੜੀ ਹੈ ਨਾ, ਤੁਹਾਨੂੰ ਪਤਾ ਹੀ ਉਹਦਾ ਦਿਮਾਗ ਜਿਹੜਾ ਵਾ ਦਿਮਾਗ ਤੋਂ ਪੈਦਲ ਹੈ, ਆਪ ਜਨਾਬ ਜੋ ਹਮੇਸ਼ਾ ਬੋਲਦੀ ਰਹਿੰਦੀ ਹੈ। ਉਹਦੇ ਬਾਰੇ ਤੇ ਮੈਨੂੰ ਲੱਗਦਾ ਕੋਈ ਬੜਾ ਸੀਰੀਅਸ ਨਹੀਂ ਲੈਣਾ ਚਾਹੀਦਾ ਮੀਡੀਆ ਨੂੰ। ਪਰ ਹਰਜੀਤ ਸਿੰਘ ਜੀ, ਜਿਹੜੇ ਹਾਲਾਤ ਪੈਦਾ ਹੋਏ ਖਾਸ ਕਰਕੇ ਅਜਨਾਲਾ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਬਣੇ ਉਸ ਨੂੰ ਲੈ ਕੇ ਤਾਂ ਸਿਆਸੀ ਧਿਰਾਂ ਹੋਣ ਜਾਂ ਪੰਥਕ ਜਿਹੜੇ ਆਗੂ ਨੇ ਉਹ ਵੀ ਸਵਾਲ ਖੜੇ ਕਰ ਰਹੇ ਨੇ ਕਿ ਗੁਰੂ ਮਹਾਰਾਜ ਦੀ ਪਾਲਕੀ ਸਾਹਿਬ ਨੂੰ ਇਸ ਥਾਂ ਤੇ ਲਿਜਾਣ ਦੀ ਕੀ ਲੋੜ ਸੀ। ਦੇਖੋ ਜੀ, ਪਿਛਲੇ 2-3 ਮਹੀਨੇ ਤੋਂ ਗੁਰੂ ਮਹਾਰਾਜ ਦੀ ਪਾਲਕੀ ਨੂੰ ਦੇ ਨਾਲ ਉਹਨਾਂ ਦੇ ਛਤਰਛਾਇਆ ਦੇ ਹੇਠ ਅੰਮ੍ਰਿਤ ਸੰਚਾਰ ਹੋ ਰਿਹਾ। ਹਮੇਸ਼ਾ ਜਿੱਧਰ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਜਾਂਦੇ ਖਾਲਸਾ ਵੀਰ ਲੈ ਕੇ, ਉੱਥੇ ਹਰ ਜਗ੍ਹਾ ਤੇ ਅੰਮ੍ਰਿਤ ਸੰਚਾਰ ਕਰਾਉਂਦੇ ਆ। ਥਾਣੇ ਵਿੱਚ ਅੰਮ੍ਰਿਤ ਸੰਚਾਰ ਲਈ ਗਏ ਸੀਗੇ ਸਰ, ਮਾਫੀ ਚਾਹਾਂਗਾ ਰੋਕ ਰਹੇ। ਬਿਲਕੁਲ, ਮੈਂ ਤੁਹਾਨੂੰ ਬੇਨਤੀ ਕਰਦਾ ਕਿ ਉੱਥੇ ਇਹੋ ਹੀ ਸੋਚਿਆ ਸੀ ਕਿ ਅਗਰ ਉਹ ਸਾਡੀ ਗੱਲ ਨਹੀਂ ਸੁਣਦੇ ਤੇ ਅਸੀਂ ਉੱਥੇ ਬਹਿ ਕੇ ਅੰਮ੍ਰਿਤ ਸੰਚਾਰ ਕਰਾਂਗੇ। ਹੋਰ ਕੋਈ ਵਾਇਲੈਂਸ ਦਾ ਕੋਈ ਮਸਲਾ ਨਹੀਂ ਹੈਗਾ, ਕਿਉਂਕਿ ਅਗਰ ਪੁਲਿਸ ਨੇ ਬੈਰੀਕੇਟਿੰਗ ਨਾ ਕੀਤੀ ਹੁੰਦੀ ਤੇ ਕੋਈ ਇਹੋ ਜਿਹਾ ਮਸਲਾ ਨਹੀਂ ਸੀ। ਮੈਂ ਹਰਜੀਤ ਸਿੰਘ ਗੱਲ ਕਰ ਰਿਹਾ ਤੇ ਮੇਰੀ ਉੱਥੇ ਵੀ ਦੇਖਿਆ ਹੋਣਾ ਕਿ ਅਸੀਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਲਕੁਲ ਆਪਾਂ ਕੋਈ ਇੱਥੇ ਤੋੜ ਭੰਨ ਵਾਲੀ ਕੋਈ ਗੱਲ ਨਹੀਂ ਕਰਨੀ, ਕਿਸੇ ਕਿਸਮ ਦੀ ਕੋਈ ਹੋਈ ਵੀ ਨਹੀਂ। ਉੱਥੇ ਜਾ ਕੇ ਬੈਠ ਕੇ ਜਿੱਦਾਂ ਲੋਕੀ ਰੌਲਾ ਪਾ ਰਹੇ ਆ ਕਿ ਜੀ ਇੱਥੇ ਜੀ ਕੈਪਚਰ ਕਰ ਲਿਆ ਥਾਣੇ ਨੂੰ, ਤੁਸੀਂ ਪੁਲਿਸ ਨੂੰ ਪੁੱਛੋ ਕਿ ਕੈਪਚਰ ਕੀਤਾ ਥਾਣੇ ਨੂੰ। ਪੁਲਿਸ ਵਾਲਿਆਂ ਤੇ ਅਟੈਕ ਨਹੀਂ ਹੋਇਆ। ਨਹੀਂ, ਦੇਖੋ, ਅਟੈਕ ਜਦੋਂ ਪਬਲਿਕ ਇਕੱਠੀ ਹੁੰਦੀ, ਜਦੋਂ ਉਹ ਪਬਲਿਕ ਦੇ ਉੱਤੇ ਡੰਡੇ ਭਰਾਏ ਪੁਲਿਸ ਵਾਲਿਆਂ ਨੇ ਤੇ ਕੁਦਰਤੀ ਗੱਲ ਹੈ ਥੋੜਾ ਬਹੁਤ ਐਸ਼ ਹੋ ਜਾਂਦਾ। ਸਰ, ਪੁਲਿਸ ਨੇ ਡੰਡੇ ਭਰਾਏ, ਪਹਿਲਾਂ ਪਬਲਿਕ ਨੇ ਡੰਡੇ ਭਰਾਏ ਪੁਲਿਸ ਤੇ? ਨਹੀਂ, ਪਹਿਲਾਂ ਪੁਲਿਸ ਨੇ ਭਰਾਏ, ਉਦੋਂ ਬਾਅਦ ਦੇ ਵਿੱਚ ਪਬਲਿਕ ਨੇ। ਤਸਵੀਰਾਂ ਤਾਂ ਕੁਝ ਹੋਰ ਬਿਆਨ ਕਰ ਰਹੀਆਂ ਨੇ ਨਾ ਜੀ। ਨਹੀਂ, ਦੇਖੋ, ਤਸਵੀਰਾਂ ਤੁਸੀਂ ਸਹੀ ਦਿਖਾਓਗੇ, ਸਿਰਫ 5-7 ਸੈਕਿੰਡ ਦੀਆਂ ਤੇ ਸਾਰੀਆਂ ਮਤਲਬ ਉੱਥੇ ਜਿਹੜੀ ਕੋਈ ਗੱਲ ਹੋਈ ਹੈ। ਯਾਨੀ ਸਿੰਘ ਸਾਹਿਬ, ਮੀਡੀਆ ਤੇ ਵੀ ਸਵਾਲ ਨੇ। ਨਹੀਂ, ਤੁਸੀਂ ਦੇਖ ਲਓ, ਮੀਡੀਆ ਵੀ ਤੇ ਜੋ ਸਰਕਾਰ ਚਾਹੁੰਦੀ ਉਹ ਦਿਖਾਉਂਦਾ। ਨਹੀਂ, ਤੁਸੀਂ ਜੋ ਚਾਹੁੰਦੇ ਹੋ ਜੇਕਰ ਉਹ ਦਿਖਾਇਆ ਜਾਵੇ ਤਾਂ ਠੀਕ ਹੈ, ਔਰ ਜੇਕਰ ਸਹੀ ਪਿਕਚਰ ਦਿਖਾਈ ਦਿੱਤੀ ਜਾਵੇ ਤਾਂ ਮੀਡੀਆ ਵੀ ਗਲਤ ਹੈ। ਨਹੀਂ, ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਜੋ ਚਾਹੁੰਦੇ ਉਹ ਦਿਖਾਓ ਤੁਸੀਂ। ਨਹੀਂ, ਐਸੀ ਕੋਈ ਗੱਲ ਨਹੀਂ ਹੈ। ਤੁਸੀਂ ਦੇਖੋ, ਸਾਡੀ ਜੇ ਅਗਰ ਬਾਈ ਚਾਂਸ ਥਾਣੇ ਦੇ ਵਿੱਚ ਗਏ, ਜਿੱਦਾਂ ਕਹਿ ਰਹੇ ਜੀ ਉੱਥੇ ਕੈਪਚਰ ਕਰ ਲਿਆ, ਕੈਪਚਰ ਕਰਨ ਵਾਲੀ ਗੱਲ ਨੂੰ ਬਿਲਕੁਲ ਅਸੀਂ ਡਿਨਾਈ ਕਰਦੇ ਨਾ। ਤਾਂ ਪੁਲਿਸ ਨੂੰ ਵੀ ਤੁਸੀਂ ਪੁੱਛੋ ਕਿ ਬੜੇ ਉੱਥੇ ਜਿਹੜੀ ਵੀ ਉਹਨਾਂ ਦੇ ਨਾਲ ਗੱਲਬਾਤ ਹੋਈ, ਬਹੁਤ ਪੀਸਫੁਲੀ ਗੱਲਬਾਤ ਹੋਈ। ਹਾਂ, ਠੀਕ ਹੈ, ਥਾਣੇ ਦੇ ਅੰਦਰ ਸਾਡਾ ਜਾਣਾ, ਉੱਥੇ ਥਾਣੇ ਤੱਕ ਜਾਣ ਦਾ ਮਕਸਦ ਸੀ ਤੇ ਪੁਲਿਸ ਨੇ ਪਹਿਲਾਂ ਬੈਰੀਕੇਡ ਕਰ ਦਿੱਤੀ। ਪੁਲਿਸ ਨੇ ਪੂਰੇ ਪੰਜਾਬ ਦੇ ਵਿੱਚ ਬੈਰੀਕੇਡ ਕੀਤੀ, ਨਾ ਕਿ ਕੱਲੀ ਉੱਥੇ ਥਾਣੇ ਕੀਤੀ। ਪੂਰੇ ਪੰਜਾਬ ਦੇ ਵਿੱਚ ਬੈਰੀਕੇਡਿੰਗ ਕਰਨ ਦਾ ਕੀ ਮਤਲਬ ਸੀ? ਜੇ ਅਸੀਂ ਇਹ ਪੀਸਫੁਲੀ ਜਾਂਦੇ ਹਾਂ ਉੱਥੇ, ਜੇ ਆਪਾਂ ਪੁਲਿਸ ਪਹਿਲਾਂ ਰੋਕਦੀ ਕਿਉਂ? ਇਹ ਗੱਲ ਕੀ ਗਲਤ ਕਰਨ ਜਾ ਰਹੇ ਸੀ? ਇਹ ਅਗਰ ਅਸੀਂ ਇਹ ਕਹਿੰਦੇ ਸਾਂ ਕਿ ਅਸੀਂ ਉੱਥੇ ਜਾ ਕੇ ਜੇ ਸਾਡੀ ਗੱਲ ਨੂੰ ਨਾ ਸੁਣਿਆ ਗਿਆ ਤੇ ਅਸੀਂ ਅੰਮ੍ਰਿਤ ਛਕਾਵਾਂਗੇ ਤੇ ਇਹ ਕੀ ਗੁਨਾਹ ਵਾਲੀ ਗੱਲ ਹੈ? ਅੰਮ੍ਰਿਤ ਛਕਾਉਣਾ ਕੋਈ ਗੁਨਾਹ ਵਾਲੀ ਗੱਲ ਹੈ ਜਾਂ ਲੋਕਾਂ ਨੂੰ ਨਸ਼ੇ ਛਡਾਉਣਾ ਕੋਈ ਗੁਨਾਹ ਵਾਲੀ ਗੱਲ? ਸਿੰਘ ਸਾਹਿਬ, ਸਿਰਫ ਸਰਕਾਰ ਦੇ ਨੁਮਾਇੰਦੇ ਨਹੀਂ, ਆਪੋਜੀਸ਼ਨ ਪਾਰਟੀਆਂ ਵੀ ਇਸ ਨੂੰ ਲੈ ਕੇ ਸਵਾਲ ਚੁੱਕ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਵੀ ਸਵਾਲ ਚੁੱਕ ਰਿਹਾ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਸੀ, ਗੁਰੂ ਮਹਾਰਾਜ ਦੀ ਪਾਲਕੀ ਸਾਹਿਬ ਨੂੰ ਉੱਥੇ ਲਿਜਾਣ ਦੀ ਲੋੜ ਨਹੀਂ ਸੀ। ਦੇਖੋ, ਸਰਕਾਰ ਕਮੇਟੀ ਦੇ ਮੈਂਬਰ ਕਹਿ ਰਹੇ ਨੇ ਕਿ ਤਾਂ ਬਲੰਡਰ ਕੀਤਾ ਤੁਸੀਂ। ਦੇਖੋ ਜੀ, ਇਹ ਇਹਨਾਂ ਨੂੰ ਲੱਗਦਾ, ਮੈਂ ਤੇ ਸਾਰੇ ਸਿੱਖਾਂ ਨੂੰ ਕਹੂੰਗਾ, ਤੁਸੀਂ ਕੱਲ ਉੱਥੇ ਜਿਨ੍ਹਾਂ ਨੇ ਵੀ ਕਵਰ ਕੀਤਾ ਹੋਊਗਾ ਉੱਥੇ ਵੀ ਤੇ ਸਿੱਖ ਹੀ ਸੀ। ਹਾਂਜੀ, ਕਿਸੇ ਸਿੱਖ ਨੂੰ ਕੋਈ ਇਤਰਾਜ਼ ਨਹੀਂ ਹੈਗਾ ਇਸ ਗੱਲ ਦੇ ਵਿੱਚ। ਜਿਨ੍ਹਾਂ ਨੂੰ ਨੇਜ਼ੇ ਤੇ ਡਾਂਗਾ ਤੇ ਤੇਗੇ ਮਾਰੇ ਨੇ ਉਹ ਵੀ ਸਿੱਖੀ ਸੀਗੇ ਪੁਲਿਸ ਨਾਲ। ਮੇਰੀ ਬੇਨਤੀ ਸੁਣੋ, ਜਿਨ੍ਹਾਂ ਨੇ ਅੱਗੇ ਡੰਡੇ ਮਾਰੇ ਉਹਨਾਂ ਨੇ ਸਿੱਖਾਂ ਨਹੀਂ ਮਾਰੇ। ਮੈਂ ਨਹੀਂ ਇਹ ਕਿਹਾ ਕਿ ਉਹ ਜਿਹੜੇ ਪੁਲਿਸ ਵਾਲੇ ਉਹ ਸਿੱਖ ਨਹੀਂ ਸੀ, ਉਹ ਵੀ ਸਾਡੇ ਭਰਾ। ਸਾਰੇ ਸਾਡੇ ਭਰਾ ਹੀ ਆ। ਉੱਥੇ ਲੜਾਈ ਜਿਹੜੀ ਜਦੋਂ ਏਦਾਂ ਦੀ ਕੋਈ ਹੁੰਦੀ ਆ, ਇਹਦੇ ਚ ਕੋਈ ਦੋ ਵਾਲੀ ਗੱਲ ਨਹੀਂ ਕਿ ਥੋੜਾ ਬਹੁਤ ਕੁਛ ਹੈਪਨ ਹੋ ਜਾਂਦੇ ਆ।
मैं इस गल तो नहीं कहता कि नहीं उत्थे कुछ नहीं होया जां कोई गल नहीं, पर यह है कि इस चीज़ नूं आखना भी गुरु ग्रंथ साहिब की आड़ लई आड़ नहीं लई, गुरु ग्रंथ साहिब की छत्रछाया हेठ ही हमेशा ही धर्म प्रचार किया गया। ਸਰ ਥਾਣੇ 'ਚ ਤਾਂ ਧਰਮ ਪ੍ਰਚਾਰ ਲਈ ਨਹੀਂ ਜਾ ਰਹੇ ਸੀ ਨਾ ਤੁਸੀਂ, ਥਾਣੇ 'ਚ ਤਾਂ ਤੁਹਾਡਾ ਮਸਲਾ ਸੀਗਾ ਕਿ ਝੂਠੀ ਭਾਈ ਸਾਹਿਬ, FIR ਦਰਜ ਹੋਈ। ਸਰ ਇੱਕ ਮਿੰਟ ਸਵਾਲ ਸੁਣੋ ਨਾ, ਤੁਹਾਡਾ ਮਸਲਾ ਇਹ ਸੀ ਨਾ ਕਿ ਝੂਠੀ FIR ਦਰਜ ਹੋਈ ਹੈ ਉਹ ਰੱਦ ਹੋਣੀ ਚਾਹੀਦੀ ਹੈ, ਇਹ ਸਬੂਤ ਅਸੀਂ ਦੇਣੇ ਔਰ ਉਸ ਨੂੰ ਰਿਹਾ ਕੀਤਾ ਜਾਵੇ, ਇਹੀ ਮਸਲਾ ਸੀ। ਬਿਲਕੁਲ ਇਸ ਮਸਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲੈ ਜਾਣਾ ਔਰ ਉੱਥੇ ਜਾ ਕੇ ਧਰਮ ਪ੍ਰਚਾਰ ਦੀ ਗੱਲ ਕਰਨਾ ਔਰ ਉਸ ਤੋਂ ਬਾਅਦ ਹਿੰਸਾ ਹੋਣਾ, ਇਸ ਨੂੰ ਅਸੀਂ ਕਿਵੇਂ ਸਮਝੀਏ ਸਰ? ਅਸੀਂ ਭਾਈ ਸਾਹਿਬ ਇਹ ਗੱਲ ਕਰ ਰਹੇ ਹਾਂ ਕਿ ਅਸੀਂ ਇਹ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਅਸੀਂ ਉੱਥੇ ਜਾ ਕੇ ਅੰਮ੍ਰਿਤ ਛਕਾਵਾਂਗੇ, ਜੇ ਸਾਡੀ ਗੱਲ ਨਾ ਸੁਣੀਏ ਉੱਥੇ ਬੈਠਾਂਗੇ ਤਾਂ ਉੱਥੇ ਹੀ ਅੰਮ੍ਰਿਤ ਸੰਚਾਰ ਹੋਏਗਾ। ਅੱਛਾ, ਅੰਮ੍ਰਿਤ ਸੰਚਾਰ ਜਿੱਥੇ ਹੋਏਗਾ ਉੱਥੇ ਗੁਰੂ ਮਹਾਰਾਜ ਦੀ ਹਜ਼ੂਰੀ ਹੋਏਗੀ। ਔਰ ਰਹੀ ਗੱਲ ਅਗਰ ਕਿਸੇ ਸਿੱਖ ਨੂੰ ਕੋਈ ਇਤਰਾਜ਼ ਆ ਤੇ ਮੈਂ ਸਮਝਦਾ ਕਿ ਸਿੱਖਾਂ ਨੂੰ ਸਾਰਿਆਂ ਨੂੰ ਅਕਾਲ ਤਖਤ ਦੇ ਉੱਤੇ ਜੇ ਭਾਈ ਸਾਹਿਬ ਨੇ ਕੋਈ ਗਲਤੀ ਕੀਤੀ, ਜਿੱਦਾਂ ਲੋਕੀ ਕਹਿੰਦੇ ਗਲਤੀ ਕੀਤੀ, ਅਕਾਲ ਤਖਤ ਤੇ ਜਾਣਾ ਚਾਹੀਦਾ। ਅਕਾਲ ਤਖਤ ਡਿਸਾਈਡ ਕਰੇ ਕਿ ਮਤਲਬ ਇਹ ਗਲਤੀ, ਜੇ ਆਪਾਂ ਕਿਤੇ ਵੀ ਜਾਂਦੇ ਆ, ਫੌਜ ਜਾਂਦੀ ਆ ਕਿਤੇ ਲੜਾਈ ਕਰਨ ਜਾਂਦੀ ਆ ਤੇ ਫੌਜ ਵੀ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਲੈ ਕੇ ਜਾਂਦੀ ਆ। ਜੇ ਦਿੱਲੀ ਮੋਰਚਾ ਲੱਗਾ ਉੱਥੇ ਵੀ ਕੱਲ ਨੂੰ ਮੰਨ ਲਓ ਸਪੋਜ਼ ਕਰੋ ਉੱਥੇ ਡੰਗ ਛੋਟਾ ਚੱਲਦਾ। ਸਰ ਇਹ ਅੱਧਾ ਸੱਚ ਨਹੀਂ ਹੈਗਾ ਹਰਜੀਤ ਜੀ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਅੱਧਾ ਸੱਚ ਨਹੀਂ ਹੈਗਾ, ਇਹਨੂੰ ਪੂਰਾ ਸੱਚ ਦੱਸੋ ਨਾ। ਇਹ ਦੱਸਿਆ ਜਾਂਦਾ ਹੈ ਕਿ ਫੌਜ ਜਦੋਂ ਲੈ ਕੇ ਜਾਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਤਾਂ ਸੁਰੱਖਿਅਤ ਥਾਂ ਤੇ ਪਹਿਲਾਂ ਉਹਨਾਂ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਉੱਥੇ ਮੱਥਾ ਟੇਕ ਕੇ ਫਿਰ ਫੌਜ ਜਿਹੜੀ ਹੈਗੀ ਉਹ ਮੋਰਚੇ ਤੇ ਅੱਗੇ ਵੱਧਦੀ ਹੈ। ਇੱਥੇ ਸਿਚੁਏਸ਼ਨ ਕੁਝ ਵੱਖਰੀ ਕਹਿੰਦੇ ਨਜ਼ਰ ਆ ਰਹੀ ਹੈ। ਇਹ ਬਿਲਕੁਲ ਨਹੀਂ, ਇੱਕ ਮਿੰਟ ਮੇਰੀ ਬੇਨਤੀ ਸੁਣੋ ਤੁਸੀਂ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਾਲਕੀ ਦੇ ਵਿੱਚ ਸ਼ੋਭਤ ਸੀ। ਇਹ ਨਹੀਂ ਹੈਗਾ ਕਿ ਬਈ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਨੇ ਸਿਰ ਤੇ ਚੱਕਿਆ ਹੋਇਆ ਸੀ ਤੇ ਗੁਰੂ ਗ੍ਰੰਥ ਸਾਹਿਬ ਦੀ ਇਸ ਟਾਈਪ ਦਾ ਸੀ, ਨਹੀਂ। ਬੱਸ ਦੇ ਵਿੱਚ ਪਾਲਕੀ ਦੇ ਵਿੱਚ ਬੜੇ ਸਤਿਕਾਰ ਦੇ ਨਾਲ ਸ਼ੋਭਤ ਸੀ। ਔਰ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਜੋ ਵੀ ਇੰਸੀਡੈਂਟ ਹੋਇਆ ਗੁਰੂ ਗ੍ਰੰਥ ਸਾਹਿਬ ਤੇ ਅੱਗੇ ਹੋ ਕੇ ਹੋਇਆ, ਨਾ ਕਿ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਅੱਗੇ ਸੀ ਤੇ ਪਿੱਛੇ ਹੋਇਆ। ਜੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਪਿੱਛੇ ਹੁੰਦੀ ਅੱਗੇ ਹੁੰਦੀ ਤੇ ਫਿਰ ਸਭ ਤੋਂ ਫਿਰ ਜਿੱਦਾਂ ਇਹ ਕਹਿੰਦੇ ਪੁਲਿਸ ਵਾਲਿਆਂ ਨੇ ਵੀ ਇਹ ਗੱਲ ਕਹੀ, ਸਰਦਾਰ ਹਰਪਾਲ ਸਿੰਘ ਹੋਣਾ ਨੇ, ਐਸਪੀ ਸਾਹਿਬ ਨੇ, ਕਿ ਬਈ ਅਸੀਂ ਜੇ ਗੁਰੂ ਗ੍ਰੰਥ ਸਾਹਿਬ ਦਾ ਕਰਕੇ ਛੱਡਤਾ, ਜੇ ਗੁਰੂ ਗ੍ਰੰਥ ਸਾਹਿਬ ਦਾ ਕਰਕੇ ਛੱਡ ਦਿੱਤਾ ਹੁੰਦਾ, ਅਗਲੇ ਬੰਨੇ ਬੈਰੀਕੇਡਿੰਗ ਖਤਮ ਕਰ ਦਿੱਤੀ ਹੁੰਦੀ, ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਫਿਰ ਇਹ ਡਾਂਗ ਛੁੱਟੇ ਵਾਲੀ ਕਿਉਂ ਹੋਣੀ ਸੀ ਇਹ ਗੱਲ? ਸਰ ਇਹੀ ਤਾਂ ਸਵਾਲ ਉੱਠ ਰਿਹਾ ਨਾ ਹਰਜੀਤ ਸਿੰਘ ਜੀ, ਸਵਾਲ ਇੱਥੇ ਉੱਠ ਰਿਹਾ ਹੈ। ਪਲੀਜ਼ ਇਹ ਗੱਲ ਨੂੰ ਇੱਕ ਸਵਾਲ ਸਮਝੋ ਸਰ ਸਵਾਲ ਨੂੰ ਸਮਝੋ। ਪੁਲਿਸ ਵਾਲੇ ਇਹ ਕਹਿ ਰਹੇ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਲਕੀ ਸਾਹਿਬ ਵਿੱਚ ਆ ਰਹੇ ਸੀਗੇ, ਜਿਹੜੀ ਬੈਰੀਕੇਡਿੰਗ ਕੀਤੀ ਸੀ ਅਸੀਂ ਉਹ ਖੋਲ ਦਿੱਤੀ ਕਿਉਂਕਿ ਉਸ ਤੇ ਕੋਈ ਵੀ ਅਸੀਂ ਬੇਅਦਬੀ ਨਹੀਂ ਸੀ, ਨਾ ਅਸੀਂ ਇਸ ਤਰੀਕੇ ਦਾ ਸੋਚ ਰਹੇ ਸੀਗੇ, ਔਰ ਜਿਸ ਤਰੀਕੇ ਪਾਲਕੀ ਸਾਹਿਬ ਅੱਗੇ ਆਈ ਤਾਂ ਅਸੀਂ ਸਾਰੇ ਰਾਹ ਜਿਹੜਾ ਹੈਗਾ ਖੋਲ ਦਿੱਤੇ। ਪੁਲਿਸ ਵਾਲੇ ਵੀ ਸਾਈਡ ਤੇ ਹੋ ਗਏ, ਉਸ ਤੋਂ ਬਾਅਦ ਸਾਡੇ ਉੱਤੇ ਅਟੈਕ ਹੋਇਆ। DGP ਇਹ ਗੱਲ ਕਹਿ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਆੜ ਹੇਠ ਅਟੈਕ ਕੀਤਾ ਗਿਆ ਪੁਲਿਸ ਤੇ। ਨਹੀਂ ਸਰ, ਇਹ ਗੱਲ ਨੂੰ ਤੇ ਦੇਖੋ, ਇਹ ਗੱਲ ਜਿਹੜੀ ਹੈ ਨਾ, ਜਦੋਂ ਹੁਣ ਇਹਨਾਂ ਦੇ ਕੋਲ ਹੋਰ ਕੁਝ ਨਹੀਂ, ਇਹ ਕਿਉਂਕਿ ਸਾਰਿਆਂ ਲੋਕਾਂ ਨੇ ਉਹਨਾਂ ਦੇ ਉੱਤੇ ਪ੍ਰੈਸ਼ਰ ਇਸ ਤਰ੍ਹਾਂ ਦਾ ਬਣਾਤਾ ਕਿ ਥਾਣਾ ਕੈਪਚਰ ਹੋ ਗਿਆ ਜੀ, ਵਿਰੋਧੀਆਂ ਨੇ ਵੀ ਸਾਰਿਆਂ ਨੇ, ਇਸ ਕਰਕੇ ਅੰਡਰ ਪ੍ਰੈਸ਼ਰ ਆ ਕੇ ਇਹ ਸਾਰਾ ਕੁਝ ਹੋ ਰਿਹਾ। ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜਿਹੜੇ ਫੋਲੋਅਰ ਸੀਗੇ ਜਾਂ ਜਿਹੜੇ ਲੋਕ ਤੁਹਾਡਾ ਸਮਰਥਨ ਕਰਨ ਆਏ ਸੀਗੇ ਉਹ ਤੁਹਾਡੇ ਕਹਿਣ ਤੋਂ ਵੀ ਬਾਹਰ ਹੋ ਗਏ ਸੀਗੇ? ਕਿਉਂਕਿ ਤੁਸੀਂ ਕੁਝ ਇੱਕ ਲੋਕ ਇਸ ਤਰੀਕੇ ਦੇ ਵੀ ਨਜ਼ਰ ਆਏ ਨੇ ਜਿਹੜੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਅਜਿਹਾ ਨਾ ਕਰੋ। ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੇ ਕਹਿਣ ਤੋਂ ਵੀ ਬਾਹਰ ਹੋ ਗਏ ਸੀ? ਦੇਖੋ, ਇਹ ਕੁਦਰਤੀ ਗੱਲ ਆ ਕਿ ਜਦੋਂ ਵੀ ਲੋਕ, ਮੈਂ ਖੁਦ ਵੀ ਇਸ ਗੱਲ ਦੀ ਅਪੀਲ ਕੀਤੀ ਕਿ ਬਿਲਕੁਲ ਆਪਾਂ ਕੋਈ ਵੀ ਕਿਸੇ ਚੀਜ਼ ਦੀ ਭੰਨ ਤੋੜ ਨਹੀਂ ਹੋਣੀ ਚਾਹੀਦੀ, ਕੁਝ ਨਹੀਂ ਹੋਣਾ ਚਾਹੀਦਾ। ਅਸੀਂ ਇਸ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਹੈਗੇ ਕਿ ਕੋਈ ਭੰਨ ਤੋੜ ਹੋਵੇ। ਪਰ ਜੇ ਬਾਈ ਚਾਂਸ ਪੁਲਿਸ ਵੀ ਅੱਗੋਂ ਲਾਠੀ ਚਾਰਜ ਕਰਦੀ ਆ ਤੇ ਫਿਰ ਇਹਦਾ ਰਿਐਕਸ਼ਨ ਤੇ ਥੋੜਾ ਬਹੁਤ ਹੋ ਹੀ ਸਕਦਾ ਨਾ। ਥੋੜਾ ਬਹੁਤ ਸੀਗਾ ਸਰ। 6 ਪੁਲਿਸ ਮੁਲਾਜ਼ਮ ਸਰ ਜ਼ਖਮੀ ਹੋ ਗਏ ਨੇ, SP ਰੈਂਕ ਦਾ ਆਫੀਸਰ ਜ਼ਖਮੀ ਹੋ ਗਿਆ, ਇਹਨੂੰ ਤੁਸੀਂ ਥੋੜਾ ਬਹੁਤ ਕਹਿ ਰਹੇ ਹੋ? ਨਹੀਂ, ਦੇਖੋ ਪਤਾ ਕੀ ਹੁੰਦਾ, ਜਦੋਂ ਕੁਝ ਹੈਪਨ ਹੁੰਦਾ ਨਾ ਉੱਥੇ ਇੱਕ ਰੈਂਕ ਜਾਂ ਮਤਲਬ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਕਿ ਰੈਂਕ ਇਨਸਾਨ ਹੈ, ਕੋਈ ਵੀ ਇਨਸਾਨ ਹੈ, ਜਿਹੜਾ ਸਾਹਮਣੇ ਖੜਾ ਉਹ ਵੀ ਇਨਸਾਨ ਹੈ ਤੇ SSP ਜਾਂ DIG ਜਾਂ DGP ਸਾਰੇ ਇਨਸਾਨ ਹੀ ਨੇ। ਇਸ ਚੀਜ਼ ਨੂੰ ਇਸ ਤਰੀਕੇ ਨਾਲ ਨਾ ਲਓ ਕਿ ਅਫਸਰ ਸੀ ਤੇ ਤਾਂ ਕਰਕੇ ਕੋਈ ਅਫਸਰ ਦਾ ਕਰਕੇ ਥੋੜੀ ਕਿਸੇ ਨੇ ਟਾਰਗੇਟ ਕੀਤਾ ਜਿੱਥੇ। ਹਰਜੀਤ ਜੀ ਇੱਕ ਸਵਾਲ ਹੋ ਰਿਹਾ ਹੈ, ਜਦੋਂ ਤੁਸੀਂ ਮਸਲਾ ਜਿਹੜਾ ਲੈ ਕੇ ਗਏ ਸੀਗੇ, ਮਸਲਾ ਇਹ ਸੀ ਨਾ ਕਿ ਝੂਠੀ FIR ਹੈ ਉਹ ਦਰਜ ਕੀਤੀ ਗਈ ਹੈ ਉਹ ਰੱਦ ਹੋਣੀ ਚਾਹੀਦੀ ਔਰ ਇਹ ਸਬੂਤ ਨੇ ਸਾਡੇ ਕੋਲ, ਇਹੀ ਮਸਲਾ ਸੀ। ਅੰਮ੍ਰਿਤਪਾਲ ਸਿੰਘ ਹੋਰਾਂ ਦੀ ਆਪਣੀ ਸ਼ਖਸੀਅਤ, ਆਪਣਾ ਕੱਦ ਜਿਹੜਾ ਹੈਗਾ ਇਸ ਵੇਲੇ ਬਹੁਤ ਵੱਡਾ ਹੈ, ਇੱਕ ਮੰਨਿਆ ਜਾਂਦਾ, ਉਹਨਾਂ ਨੂੰ ਲੋਕ ਫੋਲੋ ਵੀ ਕਰਦੇ ਨੇ। ਕੀ ਤੁਹਾਨੂੰ ਲੱਗਦਾ ਹੈ ਕਿ ਇੰਨੀ ਵੱਡੀ ਸ਼ਖਸੀਅਤ ਹੋਣ ਦੇ ਬਾਵਜੂਦ ਉਹਨਾਂ ਨੂੰ ਸਹੀ ਸਬੂਤ ਪੁਲਿਸ ਦੇ ਸਾਹਮਣੇ ਰੱਖਣ ਦੇ ਲਈ, ਸੱਚਾਈ ਬਿਆਨ ਕਰਨ ਦੇ ਲਈ ਇੰਨਾ ਵੱਡਾ ਇਕੱਠ ਕਰਨ ਦੀ ਲੋੜ ਸੀ? ਕਿਉਂ ਨਹੀਂ? ਮੇਰੀ ਬੇਨਤੀ ਸੁਣੋ, ਉਸ ਤੋਂ ਪਹਿਲਾਂ ਪਹਿਲੇ ਦਿਨ ਜਿੱਦਣ ਉਹਨੂੰ ਲਵਪ੍ਰੀਤ ਸਿੰਘ ਤੂਫਾਨ ਨੂੰ ਚੁੱਕਿਆ ਗਿਆ, ਉਸ ਦਿਨ ਭਾਈ ਸਾਹਿਬ ਚੱਲੇ ਸੀ। ਇਹਨਾਂ ਨੇ ਸਾਰਿਆਂ ਨੇ ਜਥੇਬੰਦੀ ਨੇ ਉਧਰ ਫੈਸਲਾ ਕੀਤਾ ਕਿ ਉਧਰ ਸਾਨੂੰ ਜਾਣਾ ਚਾਹੀਦਾ। ਮੈਂ ਖੁਦ ਇਹਨਾਂ ਨੂੰ ਸਾਰਿਆਂ ਨੂੰ ਰੋਕਿਆ ਕਿ ਬਿਲਕੁਲ ਨਹੀਂ ਆਪਾਂ ਇਹ ਕੰਮ ਕਰਨਾ।
ਪੁਲਿਸ ਪ੍ਰਸ਼ਾਸਨ ਦੇ ਨਾਲ ਮੇਰੀ ਗੱਲਬਾਤ ਚੱਲਦੀ ਰਹੀ। ਉਹਨਾਂ ਨੇ ਆਖਿਆ ਅਸੀਂ ਇਹ ਸਾਰਾ ਕੁਝ ਇਨਕੁਆਇਰੀ ਕਰਕੇ ਸਾਰਾ ਕੁਝ ਖਤਮ ਕਰ ਦੇਣਾ, ਪਰ ਉਹਨਾਂ ਨੇ ਇਸ ਗੱਲ ਦੇ ਉੱਤੇ ਨਹੀਂ ਗੱਲ ਕੀਤੀ। ਉਦੋਂ ਬਾਅਦ ਦੇ ਵਿੱਚ ਇਹ ਕਦਮ ਚੁੱਕਣ ਦੀ ਜ਼ਰੂਰਤ ਪਈ, ਅਦਰਵਾਈਜ਼ ਉਦੋਂ ਪਹਿਲੋਂ ਪੁਲਿਸ ਨੂੰ ਟਾਈਮ ਦਿੱਤਾ ਗਿਆ ਤਾਂ ਫਿਰ ਉਹ ਅਖੀਰ ਦੇ ਉੱਤੇ ਜਾ ਕੇ ਕੰਮ ਹੋਇਆ। ਅਲਟੀਮੇਟਲੀ ਸਿੰਘ ਸਾਹਿਬ ਅਲਟੀਮੇਟਲੀ ਤਾਂ ਟੇਬਲ ਤੇ ਬਹਿ ਕੇ ਗੱਲ ਹੋਈ ਨਾ, ਐਸਐਸਪੀ ਨਾਲ ਵੀ ਟੇਬਲ ਤੇ ਬਹਿ ਕੇ ਗੱਲ ਹੋਈ, ਦਸਤਾਵੇਜ਼ ਵੀ ਤੁਸੀਂ ਉੱਥੇ ਸੌਂਪੇ, ਸਬੂਤ ਵੀ ਦਿੱਤੇ, ਔਰ ਉਹਨਾਂ ਨੇ ਜਿਹੜਾ ਰਿਲੀਜ਼ ਕਰਨ ਦਾ ਆਰਡਰ ਦਿੱਤਾ ਉਹ ਵੀ ਟੇਬਲ ਤੇ ਹੀ ਹੋਇਆ। ਫਿਰ ਇਹ ਸਾਰਾ ਹੰਗਾਮਾ ਕਰਕੇ ਮੈਸੇਜ ਕੀ ਗਿਆ? ਨਹੀਂ ਦੇਖੋ, ਮੈਂ ਤੁਹਾਨੂੰ ਕੀ ਬੇਨਤੀ ਕਰਦਾ ਸੀ ਕਿ ਇਹੋ ਹੀ ਇਹ ਸੋਮਵਾਰ ਨੂੰ ਹੋ ਜਾਂਦਾ। ਸਪੋਜ਼ ਕਰੋ ਜਿਹੜਾ ਗੱਲ ਅੱਜ ਹੋਈ ਆ, ਇਹ ਮੈਨੂੰ ਸੱਦ ਕੇ ਜਾਂ ਹੋਰ ਕਿਸੇ ਨੂੰ ਸੱਦ ਕੇ ਆਪਾਂ ਸੋਮਵਾਰ ਨੂੰ ਕਰ ਲੈਂਦੇ ਤੇ ਇਹ ਬੁੱਧਵਾਰ ਨੂੰ ਨਾ ਕੰਮ ਹੁੰਦਾ, ਵੀਰਵਾਰ ਨੂੰ ਨਾ ਕੰਮ ਹੁੰਦਾ। ਦੇਖੋ ਇਹ ਗੱਲਾਂ ਸਿਰਫ ਇਸ ਗੱਲ ਦੇ ਵਿੱਚ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਦੋਸ਼ੀ ਕਰਾਰ ਦੇਈ ਜਾਣਾ, ਇਹ ਵੀ ਚੰਗੀ ਗੱਲ ਨਹੀਂ, ਕਿਉਂਕਿ ਜੇ ਸਮਾਂ ਨਾ ਦਿੱਤਾ ਹੁੰਦਾ ਨਾ ਤੇ ਫਿਰ ਤੁਸੀਂ ਜ਼ਰੂਰ ਇਹ ਗੱਲ ਕਹਿੰਦੇ ਕਿ ਬਈ ਅੱਜ ਗੱਲ ਹੋਈ ਆ ਤੇ ਤੁਸੀਂ ਉਸੇ ਵੇਲੇ ਭੜਕ ਪਏ। ਸੇਮ ਡੇ ਉਹਨਾਂ ਨੇ ਕਾਲ ਕੀਤੀ, ਲੋਕ ਆ ਗਏ, ਜਾਣ ਲੱਗੇ, ਤੇ ਉਦਣ ਮੈਂ ਖੁਦ ਪਰਸਨਲੀ ਉਹਨਾਂ ਨੂੰ ਵੱਡਾ ਹੋਣ ਦੇ ਨਾਤੇ ਤੇ ਰੋਕਿਆ ਕਿ ਨਹੀਂ ਆਪਾਂ ਬਿਲਕੁਲ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ। ਸਾਰੀ ਜਥੇਬੰਦੀ ਮੇਰੇ ਖਿਲਾਫ ਹੋ ਗਈ ਕਿ ਤੂੰ ਇਹ ਕੰਮ ਕਿਉਂ ਕਰ ਰਿਹਾ, ਤੂੰ ਕਿਉਂ ਰੋਕ ਰਿਹਾ, ਕਿਉਂਕਿ ਇਹ ਸਾਨੂੰ ਜਾਣਾ ਚਾਹੀਦਾ ਉੱਥੇ। ਸਾਡਾ ਬੰਦੇ ਨੂੰ ਅਰੈਸਟ ਕੀਤਾ ਤੇ ਸਾਨੂੰ ਅੱਜ ਹੀ ਤੁਰੰਤ ਜਾਣਾ ਚਾਹੀਦਾ। ਮੈਂ ਕਿਹਾ ਬੰਦਾ ਕੋਈ ਲੂਣ ਦਾ ਨਹੀਂ ਗਾ ਜਿਹੜਾ ਕੋਈ ਚੱਲਿਆ, ਕੋਈ ਗੱਲ ਨਹੀਂ, ਆਪਾਂ ਸਾਨੂੰ ਮੌਕਾ ਦਿਓ, ਆਪਾਂ ਗੱਲ ਚੱਲੀ। ਉਹ ਕਿਸੇ ਗੱਲ ਤੜਪਤਨ ਨਹੀਂ ਲੱਗਣ ਦਾ ਕਾਰਨ ਹੀ ਦੁਬਾਰਾ ਜਾਣਾ ਪਿਆ। ਸਿੰਘ ਸਾਹਿਬ ਇੱਕ ਸਵਾਲ ਹੋਰ, ਜਦੋਂ ਤੁਸੀਂ ਇਸ ਪੂਰੇ ਮਸਲੇ ਤੇ ਗੱਲ ਕਰਦੇ ਹੋ, ਈਵਨ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਵੀ ਗੱਲ ਕੀਤੀ, ਉਹਨਾਂ ਨੇ ਕਈ ਸਾਰੇ ਹਵਾਲੇ ਦਿੱਤੇ, ਕਿਸਾਨ ਅੰਦੋਲਨ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ, ਕੌਮੀ ਇਨਸਾਫ ਮੋਰਚੇ ਵਿੱਚ ਵੀ ਪ੍ਰਕਾਸ਼ ਕੀਤਾ ਗਿਆ ਹੈ। ਸਵਾਲ ਪ੍ਰਕਾਸ਼ ਕਰਨ ਨੂੰ ਲੈ ਕੇ ਨਹੀਂ, ਸਵਾਲ ਇਸ ਗੱਲ ਨੂੰ ਲੈ ਕੇ ਉੱਠ ਰਿਹਾ ਹੈ ਕਿ ਪਾਲਕੀ ਸਾਹਿਬ ਥਾਣੇ ਤੋਂ ਇਹ ਦੱਸਿਆ ਜਾ ਰਿਹਾ ਕਿ ਬਹੁਤ ਥੋੜੀ ਦੂਰ ਹੀ ਰਹਿ ਗਈ ਸੀਗੀ, ਔਰ ਸਿਚੁਏਸ਼ਨ ਜਿਹੜੀ ਬਣ ਰਹੀ ਸੀ, ਜੇਕਰ ਇਸ ਸਿਚੁਏਸ਼ਨ ਦੇ ਵਿੱਚ ਕਿਸੇ ਵੀ ਤਰੀਕੇ ਕੋਈ ਐਕਸ਼ਨ ਪੁਲਿਸ ਵੱਲੋਂ ਲਿਆ ਜਾਂਦਾ, ਕੁਐਸਚਨ ਫਿਰ ਬੇਅਦਬੀਆਂ ਵਾਲਾ ਨਾ ਖੜਾ ਹੋ ਜਾਂਦਾ, ਔਰ ਉਸ ਸਿਚੁਏਸ਼ਨ ਲਈ ਫਿਰ ਕਿਸ ਨੂੰ ਜ਼ਿੰਮੇਦਾਰ ਠਹਿਰਾਇਆ ਜਾਂਦਾ? ਕਿਉਂਕਿ ਉਧਰ ਵੀ ਸਿੱਖ ਸੀਗੇ ਜਿਹੜੇ ਪੁਲਿਸ ਮੁਲਾਜ਼ਮ ਸੀਗੇ, ਇੱਧਰ ਵੀ ਸਿੱਖ ਸੀਗੇ ਜਿਹੜੇ ਤੁਹਾਡੇ ਨਾਲ ਸੀ। ਮੈਂ ਤੁਹਾਡੇ ਨਾਲ ਐਗਰੀ ਕਰਦਾ, ਪਰ ਇਹ ਗੱਲ ਨਹੀਂ ਮੈਂ ਐਗਰੀ ਕਰਦਾ ਕਿ ਬੇਅਦਬੀ ਹੋਣ ਵਾਲੀ ਗੱਲ, ਕਿਉਂਕਿ ਬੇਅਦਬੀ ਤੇ ਤਾਂ ਹੁੰਦੀ ਕਿ ਜੇ ਉੱਥੇ ਕੋਈ ਐਸਾ ਕੋਈ ਇਨਸੀਡੈਂਟ ਕਰਨ ਦਾ ਸਾਡਾ ਇਰਾਦਾ ਹੁੰਦਾ ਪਹਿਲਾਂ, ਜਦ ਅਸੀਂ ਜਾ ਕੇ ਲੜਾਈ ਕਰਨੀ ਆ ਤੇ ਬੇਅਦਬੀ ਕਰਨੀ। ਅਸੀਂ ਤੇ ਇਹ ਗੱਲ ਕਹੀ ਸੀ, ਭਾਈ ਸਾਹਿਬ ਨੇ ਪਹਿਲਾਂ ਤੋਂ ਹੀ ਇਹ ਗੱਲ ਬਿਆਨ ਦਿੱਤਾ ਸੀ ਕਿ ਅਗਰ ਸਾਡੀ ਗੱਲ ਨਹੀਂ ਸੁਣੀ ਗਈ ਤੇ ਅਸੀਂ ਉੱਥੇ ਬਹਿ ਕੇ ਅਸੀਂ ਉੱਥੇ ਜਿੱਥੇ ਵੀ ਸਾਨੂੰ ਰੁਕਣਗੇ ਅਸੀਂ ਅਮਰ ਸੰਚਾਰ ਕਰਾਂਗੇ। ਅਸੀਂ ਅਮਰ ਸੰਚਾਰ ਜਿਹੜਾ ਵਾ ਉਹ ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੋਂ ਬਿਨਾਂ ਨਹੀਂ ਹੋ ਸਕਦਾ। ਇਸ ਕਰਕੇ ਤੁਸੀਂ ਕਹਿ ਰਹੇ ਹੋ ਕਿ ਅੰਮ੍ਰਿਤ ਸੰਚਾਰ ਅਸੀਂ ਕਰਾਂਗੇ, ਅਸੀਂ ਬਹਿ ਕੇ ਅੰਮ੍ਰਿਤ ਸੰਚਾਰ ਕਰਾਂਗੇ, ਪਹਿਲਾਂ ਬਿਆਨ ਦਿੱਤਾ ਸੀ। ਫਿਰ ਜਿਹੜੇ ਲੋਕ ਰੋਕਣ ਤੇ ਪੁਲਿਸ ਵੀ ਪਹਿਲਾਂ ਜਦੋਂ ਐਕਸ਼ਨ ਲੈਂਦੀ ਹੈ ਪਹਿਲਾਂ ਰੋਕਦੀ ਹੈ, ਫਿਰ ਜਦੋਂ ਅੱਗੇ ਵੱਧਦੇ ਨੇ ਫਿਰ ਪੁਲਿਸ ਨੂੰ ਆਰਡਰ ਹੁੰਦਾ ਹੈ ਕਿ ਜੇਕਰ ਮੈਂ ਤੁਹਾਡੀ ਗੱਲ ਨੂੰ ਪ੍ਰਾਇੋਰਟੀ ਵਾਈਜ਼ ਲਵਾਂ, ਤੁਸੀਂ ਕਹਿੰਦੇ ਹੋ ਕਿ ਪੁਲਿਸ ਨੇ ਲਾਠੀ ਚਾਰਜ ਪਹਿਲਾਂ ਕੀਤਾ, ਪੁਲਿਸ ਪਹਿਲਾਂ ਕਹਿੰਦੀ ਹੈ ਕਿ ਰੁਕੋ, ਇਹ ਮੰਨਦੇ ਹੋ ਤੁਸੀਂ? ਫਿਰ ਜੇਕਰ ਅੱਗੇ ਵੱਧਦੇ ਨੇ ਤਾਂ ਫਿਰ ਪੁਲਿਸ ਨੂੰ ਐਕਸ਼ਨ ਦਾ ਆਰਡਰ ਹੁੰਦਾ ਹੈ ਕਿ ਹੁਣ ਲਾਠੀ ਚਾਰਜ ਕਰੋ, ਉਹ ਵੀ ਬਹੁਤ ਲੇਟਰ ਔਨ ਹੁੰਦਾ ਹੈ। ਤੁਸੀਂ ਕਹਿੰਦੇ ਹੋ ਕਿ ਜਿੱਥੇ ਸਾਨੂੰ ਰੋਕਿਆ ਜਾਂਦਾ ਅਸੀਂ ਅੰਮ੍ਰਿਤ ਸੰਚਾਰ ਕਰਦੇ, ਤੁਸੀਂ ਇੰਨੀ ਸ਼ਾਂਤਮਈ ਗੱਲ ਕਰ ਰਹੇ ਹੋ, ਫਿਰ ਇਹ ਨੇਜ਼ੇ, ਡਾਂਗਾ, ਤਲਵਾਰਾਂ, ਤੇਗੇ ਚੁੱਕ ਕੇ ਜਿਹੜੇ ਲੋਕ ਪੁਲਿਸ ਤੇ ਅਟੈਕ ਕਰ ਰਹੇ ਨੇ, ਇਹਨਾਂ ਨੂੰ ਤੁਹਾਡਾ ਮੈਸੇਜ ਕਲੀਅਰ ਨਹੀਂ ਸੀ? ਨਹੀਂ ਦੇਖੋ, ਇਹ ਕਲੀਅਰ ਦੀ ਗੱਲ ਨਹੀਂ ਹੁੰਦੀ। ਜਦੋਂ ਲੋਕ ਇਕੱਠੇ ਹੁੰਦੇ, ਜਦੋਂ ਅਗਲੇ ਬੰਨਿਓਂ ਕੋਈ ਐਕਸ਼ਨ ਹੁੰਦਾ ਨਾ, ਉਹਦਾ ਰਿਐਕਸ਼ਨ ਹੋ ਹੀ ਜਾਂਦਾ। ਸਰ ਐਕਸ਼ਨ ਤਾਂ ਬਾਅਦ ਵਿੱਚ ਹੁੰਦਾ ਨਾ, ਪਹਿਲਾਂ ਤਾਂ ਰੋਕਣ ਲਈ ਕਹਿੰਦਾ ਨਾ। ਤੁਸੀਂ ਹੁਣੇ ਕਿਹਾ ਕਿ ਅਸੀਂ ਇਹ ਪਲਾਨ ਕੀਤਾ ਸੀ ਵੀ ਸਾਨੂੰ ਜਿੱਥੇ ਰੋਕਣਗੇ ਅਸੀਂ ਉੱਥੇ ਬਹਿ ਕੇ ਅੰਮ੍ਰਿਤ ਸੰਚਾਰ ਕਰਾਂਗੇ। ਰੋਕਣ ਦਾ ਮਤਲਬ ਅਸੀਂ ਥਾਣੇ ਜਾਣ ਦੀ ਗੱਲ ਕੀਤੀ ਸੀ, ਅਸੀਂ ਥਾਣੇ ਜਾਵਾਂਗੇ। ਤੁਸੀਂ ਦੇਖੋ ਥਾਣੇ ਗਏ, ਜਿੱਦਾਂ ਮੈਨੂੰ ਇਸ ਗੱਲ ਤੇ ਬੜੀ ਹੈਰਾਨੀ ਹੋ ਰਹੀ ਹੈ ਕਿ ਜਦੋਂ ਲੋਕ ਕਹਿੰਦੇ ਕੈਪਚਰ ਹੋ ਗਿਆ, ਥਾਣੇ ਦੇ ਵਿੱਚ ਜਦੋਂ ਗਏ ਆ ਉੱਥੇ ਜਾ ਕੇ ਤੁਸੀਂ ਕੋਈ ਇੱਕ ਬੰਦਾ ਦੱਸੇ ਕਿਸੇ ਕੋਈ ਪੇਪਰ ਨੂੰ ਵੀ ਝੀਟ ਆਈ ਹੋਵੇ ਹੈ, ਜਾਂ ਉੱਥੇ ਕਿਸੇ ਚੀਜ਼ ਨੂੰ ਵੀ ਕੋਈ ਜਿਹੜੀ ਕੋਈ ਜਦੋਂ ਕੋਈ ਕਬਜ਼ਾ ਹੁੰਦਾ ਉਹ ਇਸ ਟਾਈਪ ਦਾ ਨਹੀਂ ਹੁੰਦਾ ਕਿ ਕੋਈ, ਉਹ ਤਾਂ ਸਰ ਥਾਣੇ ਦੇ ਬਾਹਰ ਹੋ ਚੁੱਕਿਆ ਸੀ ਨਾ ਪਹਿਲਾਂ ਹੀ, ਜੋ ਕੁਝ ਹੋਣਾ ਸੀ ਉਹ ਤਾਂ ਕਰਤਾ ਸੀ, ਉਸ ਤੋਂ ਬਾਅਦ ਤਾਂ ਥਾਣੇ ਦੇ ਅੰਦਰ ਹੀ ਵੜ ਗਏ। ਨਹੀਂ ਬਿਲਕੁਲ ਨਹੀਂ, ਥਾਣੇ ਦੇ ਅੰਦਰ ਸਿਰਫ ਔਰ ਸਿਰਫ ਭਾਈ ਸਾਹਿਬ ਗਏ ਜਾਂ 2-4 ਜਾਣੇ ਜਿਹੜੇ ਮੇਨ ਬੰਦੇ ਸੀ ਉਹ ਗਏ, ਥਾਣੇ ਦੇ ਅੰਦਰ ਕੋਈ ਨਹੀਂ ਗਿਆ। ਥਾਣੇ ਦੇ ਖਾਤੇ ਦੇ ਵਿੱਚ ਜ਼ਰੂਰ ਬਾਹਰ ਅੰਦਰ ਬਿਲਡਿੰਗ ਦੇ ਅੰਦਰ ਕਿਸੇ ਨੇ ਨਹੀਂ ਕੋਈ ਮਤਲਬ ਕੋਈ ਦਾਖਲ ਨਹੀਂ ਹੋਇਆ। ਸਰ ਹਰਜੀਤ ਸਿੰਘ ਜੀ, ਇਹ ਟ੍ਰੈਂਡ ਜਿਹੜਾ ਤੁਸੀਂ ਅਜਨਾਲਾ ਵਿੱਚ ਸੈੱਟ ਕੀਤਾ, ਮੈਂ ਬਹੁਤ ਸਟ੍ਰੇਟ ਕੁਐਸਚਨ ਪੁੱਛ ਰਿਹਾ, ਪਾਲਕੀ ਸਾਹਿਬ ਨੂੰ ਲੈ ਕੇ ਜਾਣਾ ਔਰ ਇਸ ਤਰੀਕੇ ਦੇ ਹਾਲਾਤ ਬਣਨਾ, ਕੀ ਇਹੀ ਟ੍ਰੈਂਡ ਤੁਸੀਂ ਅੱਗੇ ਵੀ ਜਾਰੀ ਰੱਖੋਗੇ? ਦੇਖੋ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹਮੇਸ਼ਾ ਚੱਲਾਂਗੇ। ਜਿੱਥੇ ਵੀ ਕਿਤੇ ਅਸੀਂ ਜਾਂਦੇ ਆ, ਜਿੱਥੇ ਅਸੀਂ ਇਹ ਗੱਲ ਕਵਾਂਗੇ ਕਿ ਅਸੀਂ ਅੰਮ੍ਰਿਤ ਛਕਾਉਣਾ, ਉੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਉਹਦੀ ਛਤਰਛਾਇਆ ਹੇਠ ਹੀ ਜਾਵਾਂਗੇ। ਹਰਜੀਤ ਸਿੰਘ ਜੀ ਸਾਡੇ ਨਾਲ ਬਣੇ ਰਹਿਣਾ। ਸਾਡੇ ਨਾਲ ਜਸਕਰਨ ਸਿੰਘ ਕਾਨ ਸਿੰਘ ਵਾਲਾ ਜੁੜ ਰਹੇ ਨੇ, ਆਗੂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ। ਸਿੰਘ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ। ਕਾਨ ਸਿੰਘ ਵਾਲਾ ਜੀ, ਸਵਾਲ ਬਹੁਤ ਸਿੱਧਾ ਜਿਹਾ ਜਿਸ ਤਰੀਕੇ ਉੱਠ ਰਿਹਾ ਹੈ ਔਰ ਲਗਾਤਾਰ ਸਵਾਲ ਉੱਠ ਰਿਹਾ, ਔਰ ਸਵਾਲ ਤੇ ਰਿਐਕਸ਼ਨਸ ਜਿਹੜੇ ਆ ਰਹੇ ਨੇ ਉਹ ਪੰਜਾਬ ਵਿੱਚੋਂ ਨਹੀਂ ਬੰਬੇ ਤੱਕ ਤੋਂ ਆ ਰਹੇ ਨੇ।
ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਾਨ ਸਿੰਘ ਵਾਲਾ ਜੀ, ਸਵਾਲ ਜਿਹੜਾ ਹੈਗਾ, ਸਵਾਲ ਸਿਰਫ ਪੰਜਾਬ ਵਿੱਚ ਨਹੀਂ ਉੱਠ ਰਹੇ, ਅਜਨਾਲਾ ਵਿੱਚ ਜੋ ਕੁਝ ਹੋਇਆ ਉਸ ਨੂੰ ਲੈ ਕੇ ਅਦਾਕਾਰਾ ਕੰਗਨਾ ਰਣੌਤ ਨੇ ਟਵੀਟ ਕੀਤਾ ਕਿ ਗੈਰ ਖਾਲਿਸਤਾਨੀ ਸਿੱਖ ਆਪਣਾ ਪੱਖ ਸਪਸ਼ਟ ਕਰਨ, ਇੱਕ ਸਵਾਲ। ਔਰ ਦੂਜਾ ਜਿਹੜਾ ਬਾਕੀ ਸਿਆਸੀ ਧਿਰਾਂ ਵੀ ਪੁੱਛ ਰਹੀਆਂ ਨੇ ਕਿ ਇਸ ਤਰੀਕੇ ਪਾਲਕੀ ਸਾਹਿਬ ਨੂੰ ਲੈ ਕੇ ਜਾਣਾ ਔਰ ਉੱਥੇ ਜਿਹੜਾ ਹੰਗਾਮਾ ਅਜਨਾਲਾ ਵਿੱਚ ਹੋਇਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਨੂੰ ਕਿਸ ਤਰੀਕੇ ਦੇਖਦਾ ਹੈ? ਜਿਹੜੀ ਬੀਬੀ ਕੰਗਨਾ ਰਣੌਤ ਹੈ, ਅਸੀਂ ਬੀਬੀਆਂ ਦਾ ਇੱਜ਼ਤ ਕਰਦੇ ਹਾਂ ਕਿਉਂਕਿ ਸਿੱਖ ਧਰਮ ਦੇ ਵਿੱਚ ਬੀਬੀ ਦੇ ਅਸੀਂ ਖਿਲਾਫ ਨਹੀਂ ਹੈਗੇ, ਪਰ ਬੀਬੀ ਕੰਗਨਾ ਰਣੌਤ ਸਭ ਤੋਂ ਪਹਿਲਾਂ ਕਿਸਾਨ ਸੰਘਰਸ਼ ਦੇ ਵਿੱਚ ਮੋਦੀ ਦੀ ਬੋਲੀ ਬੋਲ ਕੇ ਤੇ ਕਹਿੰਦੀ ਸੀ, ਉਹਨੇ ਖੁਦ ਮੈਨੂੰ ਕਿਹਾ ਸੀ ਕਿ ਮੈਂ ਜਸਕਰਨ ਸਿੰਘ ਦਾ ਗੱਲ ਲਾ ਦੇਣਾ, ਤੇ ਮੈਂ ਕਿਹਾ ਸੀ ਬੀਬੀ ਜੀ ਤੁਸੀਂ ਗੱਲ ਲਾ ਦਿਓ, ਜੋ ਕੁਛ ਮਰਜ਼ੀ ਲਾ ਦਿਓ, ਤੇ ਤੁਸੀਂ ਆ ਕੇ ਗੱਲ ਕਰੋ। ਇਸ ਕਰਕੇ ਬੀਬੀ ਜੀ BJP RSS ਦੇ ਕਹੇ ਤੇ ਬੇਹੂਦੀਆਂ ਗੱਲਾਂ ਕਰਨੀਆਂ ਚਾਹੀਦੀਆਂ, ਉਹਨਾਂ ਨੂੰ ਸਿੱਖ ਧਰਮ ਦੇ ਮਸਲਿਆਂ ਦੇ ਵਿੱਚ ਇੰਟਰਫੀਅਰੈਂਸ ਨਹੀਂ ਕਰਨਾ ਚਾਹੀਦਾ। ਤੇ ਜੇ ਉਹਨੇ ਕੋਈ ਗੱਲ ਕਰਨੀ ਹੈ ਸਾਡੇ ਨਾਲ ਟੇਬਲ ਤੇ ਬੈਠ ਕੇ ਕਰੇ, ਜੇ ਟੇਬਲ ਤੇ ਸਾਨੂੰ ਝੂਠਾ ਕਰ ਜਾਵੇ ਤੇ ਅਸੀਂ ਮੰਨ ਲਾਂਗੇ। ਇਸ ਕਰਕੇ ਜਮਹੂਰੀਅਤ ਦੇ ਵਿੱਚ ਕਹਿ ਜੋ ਹੀ ਮਰਜ਼ੀ ਸਕਦਾ ਹੈ, ਤੇ ਆਰਟੀਕਲ 14-19 ਦੇ ਮੁਤਾਬਕ ਉਹ ਗੱਲ ਤਾਂ ਕਰ ਹੀ ਸਕਦਾ ਹੈ, ਪਰ ਜਿਹੜਾ ਅਜਨਾਲੇ ਦੇ ਵਿੱਚ ਜਿਹੜਾ ਕੁਝ ਹੋਇਆ, ਪਹਿਲਾਂ ਸੋਚੋ ਵੀ ਪ੍ਰੋਬਲਮ ਕ੍ਰੀਏਟ ਕਿਉਂ ਹੋਈ। ਉੱਥੇ ਜਿਹੜਾ ਪਰਚਾ ਹੈ ਉਹ ਜਿਹੜਾ ਅਮਰਤਪਾਲ ਸਿੰਘ ਤੇ ਹੋਰ ਸਾਰਿਆਂ ਤੇ ਕਿਉਂ ਦਰਜ ਕੀਤਾ, ਉਹਦਾ ਕਾਰਨ ਕੀ ਸੀ? ਮੰਨ ਲਓ ਇੱਕ ਬੰਦਾ ਇੱਕ ਕੰਪਲੇਂਟ ਦਿੰਦਾ ਹੈ, ਅਮਰਤਪਾਲ ਦੇ ਖਿਲਾਫ ਦਿੰਦਾ ਜਾਂ ਉਹਨਾਂ ਦੇ ਸਾਥੀਆਂ ਦੇ ਖਿਲਾਫ ਦਿੰਦਾ ਹੈ, ਵੀ ਉਹ ਕੰਪਲੇਂਟ ਦੇਣ ਤੋਂ ਪਹਿਲਾਂ ਉਹਨਾਂ ਨੂੰ ਸਿੱਧਾ ਪਰਚਾ ਦਰਜ ਕਰ ਦੇਣਾ ਉਹ ਗੈਰ ਕਾਨੂੰਨੀ ਸੀ। ਪਹਿਲਾਂ 41C ਦਾ ਵਾਰੰਟ ਦੇਣਾ ਚਾਹੀਦਾ ਸੀ, ਉਹਦੇ 'ਚ ਉਹਨੂੰ ਉੱਥੇ ਜਾ ਕੇ ਬਿਆਨ ਲੈਣੇ ਚਾਹੀਦੀ, ਬਿਆਨ ਲੈ ਕੇ ਦੋਨਾਂ ਪੱਖਾਂ ਦੀ ਗੱਲ ਸੁਣ ਕੇ ਹੁਣ ਵੀ ਸਿੱਟ ਬਣੀ ਆ ਨਾ, ਪਹਿਲਾਂ ਹੀ ਬਣ ਕੇ ਕਰਨ ਦੇਣਾ ਚਾਹੀਦਾ ਸੀ। ਦੂਜੇ ਪਾਸੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਪੂਰੀ ਮਨੁੱਖਤਾ ਦੇ ਗੁਰੂ ਨੇ, ਤੇ ਗੁਰੂ ਦੇ ਬਗੈਰ ਅਸੀਂ ਰਹਿ ਨਹੀਂ ਸਕਦੇ। ਤੁਸੀਂ ਵੇਖੋ ਜਦੋਂ ਚੀਨ ਨਾਲ ਲੜਾਈ ਹੁੰਦੀ ਹੈ ਤੇ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਲੈ ਜਾਂਦੇ ਆ ਤੇ ਫੌਜ ਦੇ ਅੱਗੇ ਲੱਗਿਆ ਹੁੰਦਾ ਹੈ। ਜਦੋਂ ਪਾਕਿਸਤਾਨ ਨਾਲ ਲੜਾਈ ਹੁੰਦੀ ਹੈ ਉਦੋਂ ਵੀ ਕਹਿੰਦੇ ਦੇਸ਼ਵਾ ਬਰਮ ਹੋਏ ਹੈ, ਸ਼ੁਭ ਕਰਮਨ ਤੇ ਕਬੂ ਨਾ ਟੁਰੇ। ਤੇ ਰਾਜਨਾਥ ਸਿੰਘ ਵੀ ਕੇਸਰੀ ਝੰਡੇ ਲੈ ਕੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਤਕ ਹੋ ਕੇ ਉਹ ਵੀ ਚੱਲਦੇ ਆ। ਇਸ ਕਰਕੇ ਇਸ ਮੁੱਦੇ ਨੂੰ ਹਟਾਉਣ ਮਾੜਾ ਨਹੀਂ ਕਹਿਣਾ ਚਾਹੀਦਾ, ਉਹ ਅੰਮ੍ਰਿਤ ਛਕਾ ਰਹੇ ਨੇ ਤੇ ਇਸ ਕਰਕੇ ਚਿੰਗੜੀਆਂ ਨਹੀਂ ਛੇੜਨੀਆਂ ਚਾਹੀਦੀਆਂ। ਪੰਜਾਬ ਦੇ ਵਿੱਚ ਪੀਸ ਹੈ, ਪੀਸ ਰਹੂਗੀ ਤੇ ਪੰਜਾਬ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ। ਸਰ ਬਹੁਤ ਸਿੰਪਲ ਜਿਹਾ ਸਵਾਲ ਹੈ, ਤੁਸੀਂ ਕਹਿ ਰਹੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਫੌਜ ਵੀ ਅੱਗੇ ਲੈ ਕੇ ਜਾਂਦੀ ਹੈ ਔਰ ਬਾਕੀਆਂ ਦਾ ਵੀ ਤੁਸੀਂ ਜ਼ਿਕਰ ਕੀਤਾ ਹੈ, ਪੂਰੇ ਕੁੱਲ ਜਹਾਨ ਦੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ, ਪਰ ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਐਕਸਟ੍ਰੀਮ ਬਾਰਡਰ ਤੇ ਲਿਜਾ ਕੇ ਕੀਤਾ ਜਾਂਦਾ ਹੈ ਜਾਂ ਇੱਕ ਸੇਫ ਥਾਂ ਤੇ ਰੱਖ ਕੇ ਪ੍ਰਕਾਸ਼ ਕਰਕੇ ਉੱਥੇ ਮੱਥਾ ਟੇਕ ਕੇ ਸੀਸ ਨਵਾ ਕੇ ਫਿਰ ਅੱਗੇ ਵਧਾਇਆ ਜਾਂਦਾ? ਕਿਉਂਕਿ ਜਿਸ ਤਰੀਕੇ ਜੇ ਕੱਲ ਉੱਥੇ ਗੁਰੂ ਗ੍ਰੰਥ ਸਾਹਿਬ, ਚਲੋ ਧਰਾਵਾਂ ਹੈਗੀਆਂ, ਕੁਝ ਤਰ੍ਹਾਂ ਮੰਨਦੀਆਂ ਵੀ ਨਹੀਂ ਜਾਣਾ ਚਾਹੀਦਾ, ਕੁਝ ਤਰ੍ਹਾਂ ਨਹੀਂ ਮੰਨਦੀਆਂ ਚਾਹੀਦੀਆਂ। ਇਹ ਤਾਂ ਪੰਥ ਕੌਮ ਅਕਾਲ ਤਖਤ ਦੀ ਡਿਬੇਟ ਹੋ ਜੂਗੀ, ਉਹ ਅਕਾਲ ਤਖਤ ਇਸ ਤੇ ਫੈਸਲਾ ਕਰ ਲੂਗਾ। ਸਾਡੇ ਜਗਤਾਰ ਸਿੰਘ ਹਵਾਰਾ ਜਿਹੜੇ ਸਾਡੇ ਜਥੇਦਾਰ ਹੈ, ਕੌਮ ਦੇ ਜੇ ਕੋਈ ਦੁਬਤਾ ਪੈ ਗਈ ਆ ਤੇ ਉਹ ਕਰ ਲੈਣਗੇ। ਤੇ ਫਿਰ ਮੈਂ ਤੁਹਾਨੂੰ ਇਹ ਕਹਿਣਾ ਵੀ ਜੇ ਇੱਧਰੋਂ ਵੀ ਜੇ ਲਾਠੀਆਂ ਚੱਲਦੀਆਂ ਉੱਧਰ ਚੱਲਦੀਆਂ, ਜੇ ਗੁਰੂ ਗ੍ਰੰਥ ਸਾਹਿਬ ਉੱਥੇ ਹੈਗਾ ਸੀ ਤੇ ਉੱਥੇ ਆਪਸ ਵਿੱਚ ਲਾਠੀਆਂ ਚੱਲਣ ਤੋਂ ਬਚ ਗਏ ਹੈ ਤੇ ਇਹ ਪੀਸ ਰਹੀ ਹੈ। ਗੁਰੂ ਗ੍ਰੰਥ ਸਾਹਿਬ ਨੇ ਸਾਰੀ ਪੀਸ ਲੈ ਕੇ ਆਂਦੀ ਹੈ ਤੇ ਇਸ ਪੀਸ ਨੂੰ ਅਸੀਂ ਲਗਾਤਾਰ ਕਰਾਂਗੇ ਤੇ ਫਿਰ ਇਸ ਤਰੀਕੇ ਪਰਚੇ ਨਹੀਂ ਦਰਜ ਹੋਣੇ ਚਾਹੀਦੇ। ਮਾੜੀ ਗੱਲ ਹੈ। ਕਾਨ ਸਿੰਘ ਵਾਲਾ ਸਾਹਿਬ, ਤੁਸੀਂ ਇਸ ਨੂੰ ਪੀਸਫੁਲ ਮੰਨਦੇ ਹੋ? ਇਸ ਪ੍ਰੋਟੈਸਟ ਨੂੰ ਜਿਹੜਾ ਹੋਇਆ ਇਹ ਪੀਸਫੁਲ ਸੀ? ਹਾਂਜੀ, ਇਹ ਪੀਸ ਜੋ ਅਜਨਾਲਾ ਵਿੱਚ ਹੋਇਆ ਸ਼ਾਂਤਮਈ ਸੀ? ਦੇਖੋ ਜੀ, ਸ਼ਾਂਤਮਈ ਪੈਦਾ ਕਿਹਨੇ ਕੀਤਾ ਮਾਹੌਲ, ਇਹ ਤਾਂ ਦੱਸੋ ਨਾ। ਜੇ ਉਹਨੇ ਪਹਿਲਾਂ ਕ੍ਰੀਏਟ ਕੀਤਾ ਹੈ ਤੇ ਤਾਂ ਤੁਸੀਂ ਉਹਨੂੰ ਦੋਸ਼ੀ ਕਰ ਦਿਓ। ਕ੍ਰੀਏਟ ਤਾਂ ਪਰਚਾ ਜਿਹੜਾ ਉਹ ਬੇਮਤਲਬ ਪੁੱਛਾ ਦਰਜ ਕਰ ਦਿੱਤਾ, ਉਹਦੇ ਨਾਲ ਕ੍ਰੀਏਟ ਹੋਇਆ। ਸਰਕਾਰ ਨੂੰ ਇਹੋ ਜਿਹੇ ਪਰਚੇ ਪਹਿਲਾਂ ਨਹੀਂ ਦਰਜ ਕਰਨੇ ਚਾਹੀਦੇ। 41C ਦਾ ਵਾਰੰਟ ਦੇ ਦੇਣਾ ਚਾਹੀਦਾ, ਉਹਨੂੰ ਬੁਲਾਓ, ਬੈਠ ਕੇ ਡਿਸਕਸ ਕਰੋ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਕਾਨ ਸਿੰਘ ਵਾਲਾ ਸਾਹਿਬ, ਬਿਲਕੁਲ ਠੀਕ ਕਹਿ ਰਹੇ ਹੋ ਕਿ ਬੁਲਾ ਕੇ ਬਿਠਾਣਾ ਚਾਹੀਦਾ ਹੈ। ਅਲਟੀਮੇਟਲੀ ਵੀ ਟੇਬਲ ਤੇ ਬਹਿ ਕੇ ਟਾਕ ਹੋਈ ਹੈ, ਅਲਟੀਮੇਟਲੀ ਵੀ ਟੇਬਲ ਤੇ ਬਹਿ ਕੇ ਸਬੂਤ ਦਿੱਤੇ, ਉਹੀ ਹੋਇਆ ਨਾ। ਪਰ ਜਿਹੜਾ ਥਾਣੇ ਦੇ ਬਾਹਰ ਹੋਇਆ, ਜਿਹੜਾ ਪੁਲਿਸ ਦੇ ਉੱਤੇ ਹਮਲਾ ਹੋਇਆ, ਪੁਲਿਸ ਦੇ ਉੱਤੇ ਅਟੈਕ ਹੋਇਆ, ਉਹ ਕਿਉਂ? ਤੁਸੀਂ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਬਗਰਾੜੀ ਦੇ ਵਿੱਚ ਅਸੀਂ ਸ਼ਾਂਤਮਈ ਬੈਠੇ ਜੋ ਤਾਂ ਕੋਈ ਥਾਣਾ ਨਹੀਂ ਸੀ। ਸਰ ਬਰਗਾੜੀ ਦੀ ਗੱਲ ਨਹੀਂ ਕਰ ਰਿਹਾ ਮੈਂ, ਅਜਨਾਲਾ ਦੀ ਗੱਲ ਕਰ ਰਿਹਾ। ਦੋ ਸਿੱਖਾਂ ਨੂੰ ਸਿੱਧੀਆਂ ਗੋਲੀਆਂ ਮਾਰ, ਅਜਨਾਲਾ ਦੇ ਵਿੱਚ ਕਿਸੇ ਤੇ ਗੋਲੀ ਨਹੀਂ ਚੱਲੀ ਨਾ ਸਰ। ਮੈਨੂੰ 21 ਦਿਨ ਰੱਖਤਾ ਇਹ ਤਾਂ ਗੋਲੀ ਨਹੀਂ ਚੱਲੀ ਕਿ ਉੱਥੇ ਸੀਗੇ, ਤਾਂ ਗੋਲੀ ਨਹੀਂ ਚੱਲੀ। ਦੋਨੇ ਤਰ੍ਹਾਂ ਇਸ ਤੋਂ ਹੋ ਗਈਆਂ, ਇਸ ਕਰਕੇ ਪੀਸ ਆਈ ਆ। ਅੱਗੇ ਤੋਂ ਇਹ ਜਿਹੜੀ ਕੌਮ ਹੈ ਇਹਨੂੰ ਬਚਾ, ਨਜਾਇਜ਼ ਪਰਚੇ ਦਰਜ ਨਹੀਂ ਹੋਣੇ ਚਾਹੀਦੇ। ਬਿਲਕੁਲ ਸਰ, ਜਿਹੜੇ ਲੋਕਾਂ ਨੇ ਅਟੈਕ ਕੀਤਾ ਪੁਲਿਸ ਤੇ, ਉਹਨਾਂ ਬਾਰੇ ਵੀ ਤਾਂ ਦੱਸੋ ਨਾ। ਉਹਨਾਂ ਨੇ ਅਟੈਕ ਕਿਉਂ ਕੀਤਾ? ਪੁਲਿਸ ਤੇ ਅਟੈਕ ਕਿਉਂ? ਨਾ ਉਹ ਦੇਖ ਲਓ ਨਾ ਅਧਿਕਾਰੀ। ਸਰ ਇੱਕ ਹੋਰ ਮੈਂ ਐਡ ਕਰ ਦਿੰਦਾ, ਪੁਲਿਸ ਦੇ ਅਧਿਕਾਰੀ ਇਹ ਕਹਿ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਆਈ, ਅਸੀਂ ਮਰਿਆਦਾ ਮੁਤਾਬਕ
ਪੂਰੇ ਜਿਹੜੀ ਬੈਰੀਕੇਟਿੰਗ ਸੀ ਵੀ ਉਹ ਵੀ ਓਪਨ ਕਰ ਦਿੱਤੀ, ਪੁਲਿਸ ਵਾਲੇ ਵੀ ਸਾਈਡ ਤੇ ਹੋ ਗਏ ਕਿਉਂਕਿ ਮਹਾਰਾਜ ਦੀ ਪਾਲਕੀ ਆਈ ਸੀਗੀ, ਇਸ ਕਰਕੇ ਕੋਈ ਅੱਗੇ ਨਹੀਂ ਖੜੇਗਾ। ਉਹ ਰਾਜ ਜਿਹੜਾ ਉਹ ਦੇ ਤੱਕ ਉਸ ਤੋਂ ਬਾਅਦ ਚੰਗੀ ਗੱਲ ਹੈ, ਇਹ ਚੰਗੀ ਗੱਲ ਹੈ ਜਿਹੜੇ ਪੁਲਿਸ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ, ਬੈਰੀਕੇਡ ਪਾਸੇ ਕਰਤੇ, ਚੰਗੀ ਗੱਲ ਹੈ। ਅਸੀਂ ਚੰਗੀ ਨੂੰ ਤਾਂ ਚੰਗੀ ਕਹਿਣੇ ਆ, ਪਰ ਨਜਾਇਜ਼ ਪਰਚਾ ਮੇਨ ਜਿਹੜਾ ਹੈਗਾ ਪਰਚਾ, ਇਹਨੂੰ ਪਰਚਾ ਨਹੀਂ ਸੀ ਹੋਣਾ ਚਾਹੀਦਾ। ਪ੍ਰੋਬਲਮ ਦੇਖੋ, ਚੋਰ ਨੂੰ ਨਹੀਂ ਫੜੀਦਾ, ਚੋਰ ਦੀ ਮਾਂ ਨੂੰ, ਇਹ ਵੀ ਕਰ ਰਹੇ ਆ ਸਰ, ਜਿਹੜੇ ਚੋਰ ਦੀ ਮਾਂ ਨੂੰ ਫੜੀਦਾ। ਸਰ ਪਰਚੇ ਦੀ ਗੱਲ ਵੀ ਕਰ ਰਹੇ ਆ, ਨਾਲ ਜਿਹੜੇ ਪੁਲਿਸ ਵਾਲਿਆਂ ਤੇ ਅਟੈਕ ਹੋਇਆ ਉਸ ਦੀ ਗੱਲ ਵੀ ਕਰ ਰਹੇ ਆ। ਪਰਚਾ ਤਾਂ ਤੁਸੀਂ ਅੰਦਰ ਜਾ ਕੇ ਬਹਿ ਕੇ ਹੀ ਰੱਦ ਕਰਾਇਆ, ਉਹ ਤਾਂ ਰੱਦ ਹੋ ਗਿਆ, ਸਬੂਤ ਤੁਸੀਂ ਪੇਸ਼ ਕਰਤੇ ਉਹ ਰੱਦ ਹੋ ਗਿਆ, ਪੁਲਿਸ ਨੇ ਰਿਲੀਜ਼ ਕਰਤਾ। ਬਾਅਦ ਵਿੱਚ ਵੀ ਟੇਬਲ ਟਾਕ ਹੋਈ ਹੈ ਕਿ ਇਹ ਟੇਬਲ ਟਾਕ ਦੇ ਲਈ ਇੰਨਾ ਇਕੱਠ ਕਰਨਾ ਜ਼ਰੂਰੀ ਸੀ। ਸਵਾਲ ਇਹ ਜੇ ਸਾਰੇ ਇਕੱਠੇ ਹੋ ਕੇ ਹੁਣ ਵੀ ਪਰਚਾ ਦਰਜ ਹੋਇਆ, ਜੇ ਉਹ ਇਕੱਠ ਨਾ ਕਰਦੇ, ਕਾਲ ਨਾ ਕਰਦੇ, ਉਹ ਪਹਿਲੇ ਪਰਚਾ ਦਰਜ ਕਰ ਦਿੰਦੇ, ਭਾਈ ਲਿਓ ਸੈੱਟ ਬਣਾ ਦੇਣੇ, ਅਸੀਂ ਨਿਬੇੜ ਦਿੰਦੇ। ਫਿਰ ਉਹਨਾਂ ਨੂੰ ਕਿਉਂਕਿ 4 ਦਿਨ ਦਾ ਟਾਈਮ ਦਿੱਤਾ ਸੀ, ਕੋਈ ਮੂਰਖਤਾ ਹੈ ਨਹੀਂ ਅਸੀਂ ਸਿੱਖ ਜਿਹੜੇ ਕੋਈ ਭੱਜ ਪਈਏ, ਐ ਨਹੀਂ ਹੋਇਆ ਕਰਦਾ ਕਿ ਤਾੜੀ ਜਿਹੜੀ ਹੈ ਨਾ ਦੋ ਹੀ ਹੱਥੀ ਵੱਜੇ। ਜਦੋਂ ਤੁਸੀਂ ਕਿਸੇ ਨੂੰ ਵੰਗਾਰੋਗੇ ਉਹਦੇ ਵਿੱਚ ਫਿਰ ਕਈ ਵਾਰੀ ਗੱਲਾਂ ਕਈ ਗਲਤ ਵੀ ਹੋ ਜਾਂਦੀਆਂ। ਕਿਸੇ ਨੂੰ ਵੰਗਾਰਨਾ ਨਹੀਂ ਚਾਹੀਦਾ। ਅਸੀਂ ਪੰਜਾਬ ਵਿੱਚ ਰਹਿੰਦੇ ਆ, ਅਸੀਂ ਸ਼ਾਂਤੀ ਨਾਲ ਰਹੀਏ, ਸਾਰੇ ਆਪਾਂ ਭਰਾ ਹੈਗੇ ਆ, ਅਮਨ ਸ਼ਾਂਤੀ ਨਾਲ ਸਰ ਰਹਿਣਾ ਚਾਹੀਦਾ ਹੈ। ਪਰ ਇਸ ਤਸਵੀਰ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਸਵੀਰ ਨੇ ਅਮਨ ਸ਼ਾਂਤੀ ਦਾ ਮੈਸੇਜ ਦਿੱਤਾ ਹੈ, ਪੰਜਾਬ ਦੇ ਸਹੀ ਹਾਲਾਤ ਦਾ ਮੈਸੇਜ ਦਿੱਤਾ ਹੈ? ਜਦੋਂ ਲੜਾਈ ਹੁੰਦੀ ਹੈ ਅਮਨ ਸ਼ਾਂਤੀ, ਦੇਖੋ ਅਮਨ ਸ਼ਾਂਤੀ ਦੇ ਵਿੱਚ ਨਾ ਤਾਂ ਇੱਥੇ ਹਿੰਦੂ ਵੀਰ ਨੂੰ ਕੋਈ ਪ੍ਰੋਬਲਮ ਹੈ, ਨਾ ਮੁਸਲਮਾਨ, ਨਾ ਸਿੱਖ ਨੂੰ। ਇਹ ਸਿੱਖਾਂ ਦੇ ਉੱਤੇ ਜ਼ਬਰ ਹੋ ਰਿਹਾ ਹੈ, ਸਿੱਖਾਂ ਦੇ ਉੱਤੇ ਇਹ ਸਾਰਾ ਕੁਝ ਹੋ ਰਿਹਾ। ਇਸ ਕਰਕੇ ਇਹ ਜਿਹੜਾ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ, ਤੇ ਪੁਲਿਸ ਨੂੰ ਤੇ ਹੋਰ ਨੂੰ ਸੋਚ ਸਮਝ ਕੇ ਐਫਆਈਆਰ ਦਰਜ ਕਰਨੀ ਚਾਹੀਦੀ ਹੈ, ਤੇ 43C ਦਾ ਪਹਿਲਾਂ ਵਾਰੰਟ ਦੇ ਕੇ ਇਹੋ ਜਿਹਾ ਪੁੱਛ ਲੈਣਾ ਚਾਹੀਦਾ। ਆ ਸਾਡੇ ਲਤੀਫਪੁਰੇ ਦੇ ਵਿੱਚ ਕੀ ਘਰੇ ਦੇ ਬੈਠਿਆਂ ਦੇ ਪਰਚੇ ਹੋ ਗਏ ਜੀ। ਹੁਣ ਜੇ ਅਸੀਂ ਪ੍ਰੋਟੈਸਟ ਕਰਦੇ ਆ, ਜੇ ਅਸੀਂ ਉਹ ਬੈਰੀਕੇਡ ਤੋੜਾਂਗੇ, ਫਿਰ ਕਹਿਣਗੇ ਜੀ ਇਹ ਮਾਹੌਲ ਖਰਾਬ ਕਰਦੇ ਆ। ਇਸ ਕਰਕੇ ਇਹ ਮਾਹੌਲ ਖਰਾਬ ਕਰਨ ਤੋਂ ਪਹਿਲਾਂ ਆਪ ਨੂੰ ਪ੍ਰਸ਼ਾਸਨ, ਕਿਉਂਕਿ ਜਿਹੜੇ ਲੋਕ ਹੁੰਦੇ ਆ ਉਹ ਆਪਣੀ ਮੰਗ ਕਰਦੇ ਆ, ਉਹਨਾਂ ਦਾ ਰਾਈਟ ਹੈਗਾ। ਜਦੋਂ ਸਾਡੀ ਗੱਲ ਪ੍ਰਸ਼ਾਸਨ ਨਾ ਸੁਣੇ, ਮੁੱਖ ਮੰਤਰੀ ਨਾ ਸੁਣੇ, ਐਮਐਲਏ ਨਾ ਸੁਣੇ, ਕੋਈ ਰਿਪੋਰਟ ਨਾ ਸੁਣੇ, ਫਿਰ ਸੰਵਿਧਾਨ ਦੀ ਧਾਰਾ 14-19 ਹੈ ਜੀ, ਧਰਨਾ ਮੁਜ਼ਾਹਰਾ ਅਸੀਂ ਸੜਕ ਜਾਮ ਕਰਦੇ ਹਾਂ, ਦੈਟ ਇਜ਼ ਦਾ ਰਾਈਟ, ਇਹ ਰਾਈਟ ਹੈ। ਫਿਰ ਉਹਦੇ ਵਿੱਚ ਕਿਸੇ ਬੰਦੇ ਨੇ ਕਿਸੇ ਪੁਲਿਸ ਨੂੰ ਕੋਈ ਅਪਸ਼ਬਦ ਨਹੀਂ ਬੋਲਿਆ, ਕਿਸੇ ਨੇ ਕੋਈ ਗਾਲ ਨਹੀਂ ਕੀਤੀ, ਕਿਸੇ ਨੇ ਮੰਦਾ ਨਹੀਂ ਬੋਲਿਆ, ਪਰ ਡਾਂਗਾ ਚਲਾਈਆਂ, ਨੇਜ਼ੇ ਚਲਾਏ, ਤੇਗਾ ਸਾਹਿਬ ਜਿਹੜਾ ਸੀਗਾ ਉਹ ਵੀ ਉੱਥੇ ਗਏ, ਉਹ ਤਸਵੀਰਾਂ ਜਿਹੜੀ ਹੈਗੀ ਉਹ ਸਾਰੀ ਸਾਹਮਣੇ ਆਈਆਂ। ਉਹ ਤਾਂ ਸਿੱਖਾਂ ਦੇ ਉੱਤੇ ਇਲਜ਼ਾਮ ਲੱਗਦਾ, ਸਿੱਖਾਂ ਦੇ ਕੋਲੇ ਹੱਕ ਆ, ਨੇਜਾ ਵੀ ਸਿੱਖਾਂ ਦਾ ਹੈਗਾ, ਕਿਰਪਾਨ ਵੀ ਗੁਰੂ ਗੋਬਿੰਦ ਸਿੰਘ ਨੇ, ਪਰ ਉਹ ਸਰ ਰਾਖੀ ਦੇ ਲਈ ਹੈ, ਹਮਲੇ ਲਈ ਹੈ। ਦੱਸੋ ਕਿਸੇ ਦੇ ਐਸੀ ਗੱਲ ਨਹੀਂ, ਜਾਣਬੁੱਝ ਕੇ ਕਿਸੇ ਨੇ ਕੁਝ ਨਹੀਂ ਕੀਤਾ। ਤੇ ਜਦੋਂ ਅੱਛਾ, ਇਹ ਸਭ ਅਣਜਾਣਪੁਣੇ ਚ ਹੋਇਆ ਜੋ ਕੁਝ ਹੋਇਆ? ਹਾਂ, ਜਾਣਬੁੱਝ ਕੇ ਕਿਸੇ ਨੇ ਨਹੀਂ ਕੀਤਾ, ਨਾ ਹੀ ਕਿਸੇ ਦਾ ਇਹ ਅਣਜਾਣਪੁਣੇ ਚ ਹੋਇਆ ਸਰ ਜੋ ਕੁਝ ਹੋਇਆ? ਹੈਲੋ, ਇਹ ਅਣਜਾਣਪੁਣੇ ਵਿੱਚ ਹੋਇਆ? 6 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ, ਤਾਂ ਹੋਇਆ ਕਿ ਜਿਹੜਾ ਪਰਚਾ ਦਰਜ ਨਹੀਂ ਸੀ ਕਰਨਾ ਚਾਹੀਦਾ। ਗਲਤ ਸਰ ਤੁਹਾਡੇ ਨਾਲ ਜਿਹੜੇ ਲੋਕ ਗਏ ਸੀਗੇ ਉਹਨਾਂ ਚੋਂ ਵੀ ਕੋਈ ਜ਼ਖਮੀ ਹੋਏ ਨੇ? ਜਿਹੜੇ ਲੋਕ ਇੱਧਰ ਦੇ ਪਾਸੇ ਗਏ ਸੀਗੇ ਉਹਨਾਂ ਚੋਂ ਵੀ ਕਿਸੇ ਨੂੰ ਸੱਟਾਂ ਵੱਜੀਆਂ ਨੇ? ਉਹ ਐ ਤਾਂ ਜੀ ਬਗਰਾੜੀ ਮੋਰਚੇ ਦੇ ਸਾਡੇ ਡਾਂਗਾ ਬੜੀਆਂ ਵੱਜੀਆਂ ਸਾਡੇ। ਸਰ ਮੈਂ ਬੜਾ ਸਿੰਪਲ ਪੁੱਛ ਰਿਹਾ ਨਾ ਸਰ ਸਵਾਲ, ਕਿ ਜੇਕਰ ਪੁਲਿਸ ਨੇ ਵੀ ਕਾਰਵਾਈ ਕੀਤੀ ਸੀ, ਫਿਰ ਜ਼ਾਹਿਰ ਜੀ ਗੱਲ ਹੈ ਕਿ ਦੋਵੇਂ ਧਿਰਾਂ ਜਦੋਂ ਇੱਕ ਦੂਜੇ ਦੇ ਜੀ ਦੋਨੇ ਧਿਰਾਂ ਦੇ ਕੋਈ ਆਪਸ ਵਿੱਚ ਸੱਟਾਂ ਵੱਜੀਆਂ ਨਹੀਂ ਸੀ ਵੱਜਣੀਆਂ ਚਾਹੀਦੀਆਂ, ਸੱਚੀ ਗੱਲ ਹੈ। ਤੁਹਾਡੇ ਵਾਲੇ ਪਾਸੇ ਕਿਸੇ ਨੂੰ ਸੱਟਾਂ ਵੱਜੀਆਂ ਹੈ ਜੀ? ਤੁਹਾਡੇ ਜਿਹੜੇ ਲੋਕ ਗਏ ਸੀਗੇ, ਤੁਸੀਂ ਵੀ ਸਾਡੇ ਹੋ, ਸਾਰੇ ਸਾਡੇ ਹੀ ਹੈ। ਬਿਲਕੁਲ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਜਿਹੜੇ ਲੋਕ ਗਏ ਸੀਗੇ, ਤੁਹਾਡੇ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਤੁਸੀਂ ਉਸ ਨੂੰ ਸਪੋਰਟ ਕਰ ਰਹੇ ਹੋ, ਉਸ ਪ੍ਰੋਟੈਸਟ ਨੂੰ, ਤੇ ਜਿਹੜੇ ਲੋਕ ਪ੍ਰੋਟੈਸਟ ਨੂੰ ਸਪੋਰਟ ਕਰਨ ਲਈ ਪਹੁੰਚੇ ਸੀ। ਮੈਂ ਸਪੋਰਟ ਦਾ ਮਤਲਬ ਮੈਂ ਸੱਚੀ ਗੱਲ ਕਰ ਰਿਹਾ, ਕਿਉਂਕਿ ਇਹੋ ਜਿਹਾ ਨਜਾਇਜ਼ ਪਰਚਾ ਨਹੀਂ ਦਰਜ ਕਰਨਾ ਚਾਹੀਦਾ, ਪਹਿਲਾਂ ਹੀ 41C ਦਾ ਵਾਰੰਟ ਦੇ ਦੇਣਾ ਚਾਹੀਦਾ ਸੀ। ਪਰ ਇਸ ਤਰੀਕੇ ਪਰਚਾ ਰੱਦ ਕਰਾਉਣ ਲਈ ਇੱਥੇ ਜਾਣਾ, ਇਸ ਤਰੀਕੇ ਜਾਣਾ, ਇਸ ਨੂੰ ਸਹੀ ਮੰਨਦੇ ਹੋ ਤੁਸੀਂ? ਹਾਂ, ਫਿਰ ਟੇਬਲ ਤੇ ਬੈਠ ਕੇ ਦੇਖੋ, ਜੇ ਸਾਰਾ ਕੁਝ ਹੋਇਆ ਵੀ, ਮੰਨ ਲਓ ਡਾਂਗਾ ਵੀ ਚੱਲੀਆਂ, ਫਿਰ ਜੇ ਡਾਂਗਾ ਚੱਲੀਆਂ ਸਾਰੇ ਟੇਬਲ ਤੇ ਬੈਠੇ, ਇਹਦਾ ਮਤਲਬ ਉਦੋਂ ਸਾਰਾ ਸੰਧੀ ਹੋ ਗਈ ਹੈ। ਸੰਧੀ ਹੋ ਕੇ ਅਗਲੀ ਗੱਲ ਨੂੰ ਇਹਨੂੰ ਆਪਾਂ ਨੂੰ ਲੱਗੇ ਨਹੀਂ ਲੈਣਾ ਚਾਹੀਦਾ, ਅੱਗੇ ਤੋਂ ਠੀਕ ਚੱਲਣਾ ਚਾਹੀਦਾ ਸਾਰਿਆਂ ਨੂੰ, ਅੱਗੇ ਤੋਂ ਠੀਕ ਚੱਲਣਾ ਚਾਹੀਦਾ। ਚਲੋ ਸ਼ੁਕਰ ਹੈ ਤੁਸੀਂ ਅਖੀਰ ਵਿੱਚ ਇਹ ਕਿਹਾ ਕਿ ਅੱਗੇ ਤੋਂ ਠੀਕ ਚੱਲਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਕਾਨ ਸਿੰਘ ਵਾਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਹਰਜੀਤ ਸਿੰਘ ਸਾਹਿਬ ਸਾਡੇ ਨਾਲ ਗੱਲ ਕਰਨ ਦੇ ਲਈ। ਸੋ ਦੋ ਚਿਹਰੇ ਜਿਹੜੇ ਕਹਿ ਰਹੇ ਨੇ ਕਿ ਇਹ ਜੋ ਕੁਝ ਹੋਇਆ, ਇੱਕ ਪਾਸੇ ਹਰਜੀਤ ਸਿੰਘ ਜਿਹੜੇ ਖੁਦ ਨੂੰ ਇਹ ਦੱਸਦੇ ਨੇ ਕਿ ਜੋ ਕੁਝ ਹੋਇਆ ਉਹ ਕਿਉਂ ਹੋਇਆ, ਅਸੀਂ ਅੰਮ੍ਰਿਤ ਸੰਚਾਰ ਦੇ ਲਈ ਗੁਰੂ ਮਹਾਰਾਜ ਦੀ ਪਾਲਕੀ ਸਾਹਿਬ ਨੂੰ ਉੱਥੇ ਲੈ ਕੇ ਗਏ ਸੀਗੇ, ਔਰ ਫਰਦਰ ਵੀ ਇਹ ਕਿਹਾ ਜਾ ਰਿਹਾ ਕਿ ਅੱਗੇ ਵੀ ਜਦੋਂ ਅਸੀਂ ਪ੍ਰੋਟੈਸਟ ਕਰਾਂਗੇ ਤਾਂ ਇਸ ਤਰੀਕੇ ਸੇਮ ਜਿਹੜਾ ਹੈਗਾ ਤਰੀਕਾ ਲਾਗੂ ਰਹੇਗਾ, ਸੇਮ ਚੀਜ਼ਾਂ ਹੋਣਗੀਆਂ। ਯਾਨੀ ਗੁਰੂ ਮਹਾਰਾਜ ਦੀ ਪਾਲਕੀ ਸਾਹਿਬ ਇਹ ਵੀ ਹੋ ਸਕਦਾ ਹੈ ਕਿ ਅੱਗੇ ਜੇਕਰ ਕਿਤੇ ਪ੍ਰੋਟੈਸਟ ਕੀਤਾ ਜਾਵੇ ਤਾਂ ਉੱਥੇ ਵੀ ਸ਼ਾਇਦ ਫਿਰ ਇਸੇ ਤਰੀਕੇ ਜਾਇਆ ਜਾਵੇ, ਇਹ ਵੀ ਇਸ਼ਾਰਾ ਉਹਨਾਂ ਨੇ ਕਰ ਦਿੱਤਾ ਹੈ। ਪਰ ਸਵਾਲ ਇੱਥੇ ਹੈ, ਉਹਨਾਂ ਨੇ ਕਿਹਾ ਕਿ ਜਿਹੜੇ ਸਵਾਲ ਉੱਠ ਰਹੇ ਨੇ ਇਹ ਸਵਾਲ ਫਿਰ ਸਿੱਖ ਪੰਥ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਸਾਹਮਣੇ ਰੱਖਣੇ ਚਾਹੀਦੇ ਨੇ, ਔਰ ਇਸ ਤੇ ਜਿਹੜੀ ਸਥਿਤੀ ਹੈਗੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਪਾਲਕੀ ਸਾਹਿਬ ਕਿੱਥੇ ਲਿਜਾਈ ਜਾ ਸਕਦੀ ਹੈ, ਕਿੱਥੇ ਨਹੀਂ ਲਿਜਾਈ ਜਾ ਸਕਦੀ। ਜੇਕਰ ਇਹ ਗਲਤ ਹੈ ਤਾਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਸੋ ਇਸ ਸਭ ਦੇ ਵਿਚਾਲੇ ਸਵਾਲ ਜਦੋਂ ਉੱਠਦਾ ਹੈ
ਕਿ ਪ੍ਰੋਟੈਸਟ ਕਰਨ ਦਾ ਤਰੀਕਾ, ਕਿ ਇਸ ਪ੍ਰੋਟੈਸਟ ਦੀ ਇਸ ਤਸਵੀਰ ਤੋਂ ਬਚਿਆ ਜਾ ਸਕਦਾ ਸੀ, ਇਸ ਨੂੰ ਅਵੋਇਡ ਕੀਤਾ ਜਾ ਸਕਦਾ ਸੀ, ਤਾਂ ਉੱਥੇ ਫਿਰ ਸਵਾਲ ਇਹ ਖੜਾ ਹੁੰਦਾ ਹੈ ਕਿ ਪੁਲਿਸ ਨੇ ਝੂਠਾ ਪਰਚਾ ਦਰਜ ਕੀਤਾ। ਹਾਲਾਂਕਿ ਜੇਕਰ ਉਹ ਪਰਚਾ ਜਿਸ ਤਰੀਕੇ ਬਾਅਦ ਵਿੱਚ ਰੱਦ ਹੋਇਆ, ਟੇਬਲ ਟਾਕ ਦੇ ਰਾਹੀਂ ਉਹ ਪਰਚਾ ਰੱਦ ਹੁੰਦਾ ਹੈ, ਟੇਬਲ ਤੇ ਬਹਿ ਕੇ ਅਧਿਕਾਰੀਆਂ ਨਾਲ ਗੱਲ ਕਰਕੇ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਅਖੀਰ ਵਿੱਚ ਵੀ ਅਧਿਕਾਰੀਆਂ ਨਾਲ ਗੱਲ ਕਰਦੇ ਨੇ, ਸਬੂਤ ਪੇਸ਼ ਕਰਦੇ ਨੇ ਔਰ ਪਰਚਾ ਰੱਦ ਹੋ ਜਾਂਦਾ ਹੈ। ਤੇ ਇਸ ਸਭ ਦੇ ਵਿਚਾਲੇ ਜੇਕਰ ਉਹ ਟੇਬਲ ਟਾਕ ਪਹਿਲਾਂ ਹੋ ਸਕਦੀ ਸੀ ਜਾਂ ਇਸੇ ਤਰੀਕੇ 4 ਬੰਦਿਆਂ ਦੇ ਵਿਚਾਲੇ ਹੋ ਸਕਦੀ ਸੀ, ਤਾਂ ਫਿਰ ਇਸ 4 ਬੰਦਿਆਂ ਦੀ ਟੇਬਲ ਟਾਕ ਦੇ ਲਈ ਇੰਨੇ ਲੋਕਾਂ ਦਾ ਹਜੂਮ ਇਕੱਠਾ ਕਰਨਾ ਔਰ ਇਸ ਤਰੀਕੇ ਦੇ ਹਾਲਾਤ ਪੈਦਾ ਕਰਨਾ। ਇੱਕ ਹੋਰ ਅਹਿਮ ਸਵਾਲ ਇਸ ਦਾ ਹੈਗਾ ਕਿ ਜੇਕਰ ਇਸ ਕਾਰਵਾਈ ਦੇ ਵਿੱਚ ਪੁਲਿਸ ਵਾਲਿਆਂ ਨੇ ਪਹਿਲਾਂ ਐਕਸ਼ਨ ਲਿਆ, ਤਾਂ ਫਿਰ ਜਿਹੜੇ ਲੋਕ ਪ੍ਰੋਟੈਸਟ ਕਰਨ ਗਏ ਸੀਗੇ ਉਹਨਾਂ ਚੋਂ ਕਿੰਨਿਆਂ ਨੂੰ ਸੱਟਾਂ ਵੱਜੀਆਂ ਨੇ? 6 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਇਸ ਕਾਰਵਾਈ ਦੇ ਵਿੱਚ। ਇਸ ਪੂਰੇ ਐਕਸ਼ਨ ਦੇ ਵਿੱਚ 6 ਪੁਲਿਸ ਮੁਲਾਜ਼ਮਾਂ ਨੂੰ ਸੱਟਾਂ ਵੱਜੀਆਂ ਨੇ। ਜਿਹੜੇ ਲੋਕ ਪ੍ਰੋਟੈਸਟ ਕਰਨ ਗਏ ਸੀਗੇ ਉਹਨਾਂ ਚੋਂ ਕਿਸੇ ਨੂੰ ਇਸ ਤਰੀਕੇ ਦੀ ਸੱਟ ਵੱਜੀ ਹੋਵੇ, ਉਹ ਤਸਵੀਰ ਹੁਣ ਤੱਕ ਸਾਹਮਣੇ ਨਹੀਂ ਆਈ ਹੈ।